ਸ੍ਰੀ ਵਾਹਿਗੁਰੂ ਸਾਹਿਬ ਜੀਓ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਏ ਮਨ ਚੰਚਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਜੋ ਸ੍ਰੀ ਆਨੰਦ ਸਾਹਿਬ ਬਾਣੀ ਵਿੱਚ ਚੱਲ ਰਹੀ ਹੈ। 9 ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ। ਆਓ ਅੱਜ 10ਵੀਂ ਪੌੜੀ ਦੀ ਕਥਾ ਸਰਵਣ ਕਰਕੇ ਔਰ ਇਸ ਤੋਂ ਅਗਲੀਆਂ ਪੌੜੀਆਂ ਦੀ ਵਿਚਾਰ ਸੁਣ ਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਏ ਮਨ ਚੰਚਲਾ। ਇਹ ਮੇਰੇ ਚੰਚਲ ਮਨਾ ਨਾ ਟਿਕਣ ਵਾਲੇ ਮਨਾ ਤੂੰ ਸੁਣ ਕਰ। ਚਤੁਰਾਈ ਕਿਨੈ ਨਾ ਪਾਇਆ। ਕਿਸੇ ਨੇ ਵੀ ਵਾਕਾਂ ਦੀ ਚਤੁਰਾਈ ਸਿਆਣਪ ਕਰਕੇ ਪਰਮੇਸ਼ਰ ਨੂੰ ਨਹੀਂ ਪਾਇਆ। ਚਤੁਰਾਈ ਨਾ ਪਾਇਆ ਕਿਨੈ। ਸੋ ਵਾਕਾਂ ਦੀ ਚਤੁਰਾਈ ਸਿਆਣਪ ਨਾਲ ਕਿਸੇ ਨੇ ਵੀ ਪਰਮੇਸ਼ਰ ਨੂੰ ਨਹੀਂ ਪਾਇਆ। ਤੂੰ ਸੁਣ ਮਨ ਮੇਰਿਆ। ਇਹ ਮੇਰੇ ਪਿਆਰੇ ਮਨਾ ਤੂੰ ਧਿਆਨ ਦੇ ਨਾਲ ਗੁਰਾਂ ਦੀ ਸਿੱਖਿਆ ਨੂੰ ਸੁਣਨ ਕਰ। ਇਹ ਮਾਇਆ ਮੋਹਣੀ। ਇਹ ਮਾਇਆ ਇਹ ਮੇਰੇ ਮਨਾ ਸਭ ਨੂੰ ਮੋਹਿਤ ਕਰਨੇ ਵਾਲੀ ਹੈ। ਜਨੇਤ ਭਰਮ ਭੁਲਾਇਆ। ਜਿਸ ਮਾਇਆ ਨੇ ਇਸ ਜੀਵ ਆਤਮਾ ਦੇ ਤਾਈਂ ਭਰਮ ਦੇ ਵਿੱਚ ਭੁਲਾ ਦਿੱਤਾ ਹੈ। ਜਾਂ ਇਸੇ ਪ੍ਰਕਾਰ ਜਨੇਤ ਭਰਮ ਭੁਲਾਇਆ। ਜਿਸ ਮਾਇਆ ਨੇ ਮਾਇਕੀ ਪਦਾਰਥਾਂ ਵਿੱਚ ਲਾ ਕੇ ਇਹ ਸਰੀਰ ਨੂੰ ਇਤੀ ਨਾਸ਼ ਕਰ ਦੇਣਾ ਹੈ ਅਤੇ ਜੀਵ ਆਤਮਾ ਨੂੰ ਭਰਮ ਦੇ ਵਿੱਚ ਭੁਲਾ ਦਿੱਤਾ ਹੈ। ਮਾਇਆ ਤਾ ਮੋਹਣੀ ਤਿਨੈ ਕੀਤੀ। ਇਹ ਮੋਹਿਤ ਕਰਨੇ ਵਾਲੀ ਮਾਇਆ ਤਾਂ ਉਸੇ ਪਰਮੇਸ਼ਰ ਨੇ ਪ੍ਰਵਿਰਤ ਕੀਤੀ ਹੈ। ਜਿਨ ਠਗੌਲੀ ਪਾਈਆ। ਜਿਸ ਨੇ ਮਾਇਆ ਦੇ ਮੋਹ ਦੀ ਠੱਗ ਬੂਟੀ ਤ੍ਰਿਗੁਣੀ ਜੀਵਾਂ ਨੂੰ ਪਰਖਣ ਵਾਸਤੇ ਪਾਉਣਾ ਕੀਤੀ ਹੈ। ਕੁਰਬਾਨ ਕੀਤਾ ਤਿਸੈ ਵਿਟਹੁ। ਤਿਸ ਪਰਮੇਸ਼ਰ ਤੋਂ ਅਸਾਂ ਨੇ ਆਪਣਾ ਆਪ ਬਲਿਹਾਰ ਕੀਤਾ ਹੈ। ਜਿਨ ਮੋਹ ਮਿੱਠਾ ਲਾਇਆ। ਜਿਸ ਨੇ ਜੀਵਾਂ ਨੂੰ ਮਾਇਆ ਦਾ ਮੋਹ ਬੜਾ ਮਿੱਠਾ ਲਾਉਣਾ ਕੀਤਾ ਹੈ। ਕਹ ਨਾਨਕ
ਮਨ ਚੰਚਲ ਸਤਿਗੁਰੂ ਜੀ ਕਹਿੰਦੇ ਕਿ ਹੇ ਚੰਚਲਤਾਈ ਕਰਨ ਵਾਲੇ ਮੇਰੇ ਮਨ, ਚਤਰਾਈ ਕਿਨੈ ਨਾ ਪਾਇਆ। ਵਾਕਾਂ ਦੀ ਚਤੁਰਾਈ ਜਾਂ ਬੁੱਧੀ ਦੀ ਸਿਆਣਪ ਨਾਲ ਕਿਸੇ ਨੇ ਵੀ ਪਰਮੇਸ਼ਰ ਨੂੰ ਨਹੀਂ ਪਾਇਆ। ਏ ਮਨ ਪਿਆਰਿਆ, ਇਹ ਮੇਰੇ ਪਿਆਰਿਆ ਮਨ, ਤੂੰ ਸਦਾ ਸੱਚ ਸੰਭਾਲੇ। ਤੂੰ ਹਮੇਸ਼ਾ ਹੀ ਸੱਚੇ ਪਰਮੇਸ਼ਰ ਨੂੰ ਯਾਦ ਕਰ। ਇਹੋ ਕਟੰਬਾ ਤੂੰ ਜੇ ਦੇਖਦਾ, ਇਹ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ ਜੋ ਤੂੰ ਵੇਖਦਾ ਹੈ, ਚੱਲੈ ਨਾਹੀ ਤੇਰਾ ਨਾਲੇ। ਅੰਤ ਨੂੰ ਇਹ ਤੇਰੇ ਨਾਲ ਪਰਲੋਕ ਨੂੰ ਨਹੀਂ ਚੱਲੇਗਾ। ਸਾਥ ਤੇਰਾ ਚੱਲੈ ਨਾਹੀ, ਜਿਸ ਚੀਜ਼ ਨੇ ਤੇਰੇ ਨਾਲ ਹੀ ਨਹੀਂ ਚੱਲਣਾ ਹੈ, ਤਿਸ ਨਾਲ ਕਿਉਂ ਚਿਤ ਲਾਈਐ। ਤਿਸ ਨਾਲ ਤੂੰ ਚਿੱਤ ਦੀ ਬਿਰਤੀ ਕਾਹਦੇ ਲਈ ਲਾਉਣਾ ਕਰਦਾ ਹੈ। ਐਸਾ ਕੰਮ ਮੁੱਲੇ ਨਾ ਕੀਚੈ, ਅਜਿਹਾ ਕੰਮ ਕਦਾਚਿਤ ਵੀ ਨਹੀਂ ਕਰਨਾ ਚਾਹੀਦਾ। ਜਿਤ ਅੰਤ ਪਛੋਤਾਈਐ, ਜਿਸ ਕਾਰਜ ਕਰਕੇ ਅਖੀਰਲੇ ਸਮੇਂ ਪਛਤਾਤਾਪ ਕਰਨਾ ਪਵੇ, ਇਸ ਲਈ ਬਿਨਸਨ ਹਰ ਚੀਜ਼ਾਂ ਨਾਲੋਂ ਮੋਹ ਤੋੜ ਲੈਣਾ ਕਰ ਅਤੇ ਸਤਿਗੁਰੂ ਕਾ ਉਪਦੇਸ਼ ਸੁਣ ਤੂੰ। ਇਹ ਮੇਰੇ ਮਨਾ, ਤੂੰ ਸੱਚੇ ਗੁਰੂ ਦਾ ਉਪਦੇਸ਼ ਸੁਣ ਕਰ। ਹੋਵੈ ਤੇਰਾ ਨਾਲੇ, ਅਤੇ ਉਸ ਨੂੰ ਕਮਾ ਵੀ। ਸੁਣਨ ਤੋਂ ਬਾਅਦ ਪਹਿਲਾਂ ਸ਼ਰਵਣ ਹੈ, ਫਿਰ ਮੰਨਣ ਕਰਨਾ ਹੈ, ਫਿਰ ਉਸ ਦੀ ਨਿਧਿਆਸਨ ਕਮਾਈ ਵੀ ਕਰਨੀ ਹੈ। ਤੇ ਜੇ ਤੂੰ ਕਮਾਉਣਾ ਕਰੇਗਾ, ਅੰਤ ਸਮੇਂ ਉਹ ਤੇਰੇ ਸਾਥ ਸਹਾਇਕ ਹੋਵੇਗਾ। ਕਹ ਨਾਨਕ ਮਨ ਪਿਆਰੇ, ਸਤਿਗੁਰੂ ਜੀ ਕਹਿੰਦੇ, ਕਥਨ ਕਰਦੇ ਕਿ ਹੇ ਮੇਰੇ ਪਿਆਰੇ ਮਨ, ਤੂੰ ਸਦਾ ਸੱਚ ਸੰਭਾਲੇ। ਤੂੰ ਹਮੇਸ਼ਾ ਹੀ ਸੱਚੇ ਪਰਮੇਸ਼ਰ ਨੂੰ ਯਾਦ ਕਰ। ਅਗਮ ਅਗੋਚਰਾ, ਇਸ ਪੌੜੀ ਵਿੱਚ ਸਤਿਗੁਰੂ ਜੀ ਜਗਿਆਸੂ ਤਾਈਂ ਪਰਮੇਸ਼ਰ ਦੇ ਸਨਮੁਖ ਚਿੱਤ ਦੀ ਬਿਰਤੀ ਨੂੰ ਜੋੜ ਕੇ ਬੇਨਤੀ ਕਰਨ ਦੀ ਜਾਚ ਦੱਸਦੇ ਨੇ ਕਿ ਹੇ ਮਨ ਬਾਣੀ ਤੋਂ ਪਰੇ ਜਾਂ ਸ਼ਾਸਤਰਾਂ ਕਰਕੇ ਅਗਮ ਇੰਦਰੀਆਂ ਦੇ ਅਗੋਚਰਾ ਅਵਿਸ਼ੇ, ਹੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਜੋ ਇੰਦਰੀਆਂ ਦਾ ਵਿਸ਼ਾ ਨਹੀਂ, ਜਿਸ ਨੂੰ ਇੰਦਰੀ ਅਨੁਭਵ ਨਹੀਂ ਕਰ ਸਕਦੇ, ਉਹਨੂੰ ਅਗੋਚਰ ਕਹਿੰਦੇ ਨੇ। ਯਾਨੀ ਅੱਖਾਂ ਦੇਖ ਨਹੀਂ ਸਕਦੀਆਂ ਤੇ ਹੱਥ ਉਸ ਨੂੰ ਪਕੜ ਨਹੀਂ ਸਕਦੇ, ਪੈਰ ਉਹਦੇ ਕੋਲ ਚੱਲ ਕੇ ਨਹੀਂ ਜਾ ਸਕਦੇ। ਮਨ ਬਾਰੇ ਅੰਤਸ਼ਕਰਨ ਵਿੱਚ ਉਹ ਸੋਚ ਵਿਚਾਰ ਦਾ ਵਿਸ਼ਾ ਨਹੀਂ ਕਿ ਕਿੰਨਾ ਕੁ ਉਹ ਬੇਅੰਤ ਹੈ, ਇਹਦੇ ਬਾਰੇ ਕੋਈ ਜਾਣਿਆ ਨਹੀਂ ਜਾ ਸਕਦਾ। ਇਉਂ ਇੰਦਰੀਆਂ ਦੇ ਅਵਿਸ਼ੇ ਹੈ। ਤੇਰਾ ਅੰਤ ਨਾ ਪਾਇਆ, ਇਹ ਪਰਮੇਸ਼ਰ ਪਿਛਲੇ ਸਮੇਂ ਵਿੱਚ ਵੀ ਕਿਸੇ ਨੇ ਤੇਰਾ ਅੰਤ ਨਹੀਂ ਪਾਇਆ ਹੈ, ਹੁਣ ਵੀ ਨਹੀਂ ਪਾਇਆ, ਆਉਣ ਵਾਲੇ ਸਮੇਂ ਵਿੱਚ ਵੀ ਨਹੀਂ ਪਾਉਣਗੇ। ਅੰਤੋ ਨਾ ਪਾਇਆ ਕਿਨੈ ਤੇਰਾ, ਇਹ ਪਰਮੇਸ਼ਰ ਹੁਣ ਵਰਤਮਾਨ ਸਮੇਂ ਵਿੱਚ ਵੀ ਕਿਸੇ ਨੇ ਤੇਰਾ ਅੰਤ ਅਖੀਰ ਨਹੀਂ ਪਾਇਆ। ਆਪਣਾ ਆਪ ਤੂੰ ਜਾਣਹਿ, ਕੇਵਲ ਤੂੰ ਆਪ ਹੀ ਆਪਣੇ ਆਪ ਨੂੰ ਜਾਣਦਾ, ਭਾਵ ਤੂੰ ਸਵੈ ਅਨੁਭਵ ਰੂਪ ਹੈ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਜੀ ਜੰਤਾ ਸਭ ਖੇਲ ਤੇਰਾ, ਜਿੰਨੇ ਵੀ ਸੂਖਮ ਸਦੂਲ ਜੀਆ ਜੰਤ ਹਨ, ਇਹ ਸਭ ਤੇਰਾ ਹੀ ਰਚਿਆ ਹੋਇਆ ਇੱਕ ਖੇਲ ਹੈ। ਕਿਆ ਕੋ ਆਖ ਵਖਾਣੈ, ਇਸ ਲਈ ਕੋਈ ਮੁਖ ਦੁਆਰਾ ਉਪਮਾ ਰੂਪ ਦੇ ਵਿੱਚ ਤੇਰੇ ਗੁਣ ਕੀ ਕਥਨ ਕਰਕੇ ਕਹਿ ਸਕਦਾ ਹੈ। ਕਥਨ ਕਹਿਣ ਕੋ ਸੋਝੀ ਨਾਹੀ, ਜੋ ਭਿਖੈ
ਤਿਸ ਬਾਣੀ ਆਵੈ। ਆਖਹਿ ਤਾਂ ਵੇਖਹਿ ਸਭ ਤੂੰ ਹੈ। ਇਹ ਪਰਮੇਸ਼ਰ ਬ੍ਰਹਮ ਵੇਦੀਆਂ ਦੀ ਦ੍ਰਿਸ਼ਟੀ ਦੁਆਰਾ ਜੋ ਮੂੰਹ ਕਰਕੇ ਆਖੀਦਾ ਤੇ ਨੇਤਰਾਂ ਕਰਕੇ ਤੇਰਾ ਸਰੂਪ ਵੇਖੀਦਾ ਹੈ, ਇਹ ਸਾਰਾ ਕੁਝ ਤੂੰ ਆਪ ਹੀ ਹੈ। ਇਸੇ ਪ੍ਰਕਾਰ ਆਖਹਿ ਤਾਂ ਵੇਖਹਿ ਸਭ ਤੂੰ ਹੈ। ਗੁਰੂ ਸਰੂਪ ਹੋ ਕੇ ਸਿੱਖ ਦੇ ਤਾਈਂ ਉਪਦੇਸ਼ ਆਖਣ ਵਾਲਾ ਅਤੇ ਤਤ ਬੇਤਾ ਸਿੱਖ ਰੂਪ ਹੋ ਕੇ ਆਪ ਹੀ ਆਪਣੇ ਸੱਚ ਸਰੂਪ ਨੂੰ ਵੇਖਣ ਵਾਲਾ ਹੈ। ਜਿਨ ਜਗਤ ਉਪਾਇਆ ਇਉਂ ਸਭ ਕੁਝ ਤੂੰ ਆਪ ਹੀ ਹੈ। ਜਿਸ ਤਰ੍ਹਾਂ ਆਪ ਨੇ ਸਾਰਾ ਜਗਤ ਸੰਸਾਰ ਪੈਦਾ ਕੀਤਾ ਹੈ। ਕਹਿ ਨਾਨਕ ਤੂੰ ਸਦਾ ਅਗਮ ਹੈ। ਸਤਿਗੁਰੂ ਜੀ ਕਹਿੰਦੇ ਕਿ ਹੇ ਪਰਮੇਸ਼ਰ ਤੂੰ ਹਮੇਸ਼ਾ ਹੀ ਅਚਲ ਸਰੂਪ ਹੈ। ਤੇਰਾ ਅੰਤ ਨਾ ਪਾਇਆ। ਵੱਡੇ ਵੱਡੇ ਰਿਖੀਆਂ ਮੁਨੀਆਂ ਨੇ ਵੀ ਤੇਰਾ ਅੰਤ ਅਖੀਰ ਨਹੀਂ ਪਾਇਆ ਹੈ। ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ। ਸੁਰ ਦੇਵਤੇ ਨਰ ਪੁਰਖ ਤੇ ਮੁਨ ਜਨ ਮੁਨੀ ਪੁਰਖ ਜਾਂ ਸੁਰ ਨਰ ਦੇਵੀ ਸੰਪਦਾ ਵਾਲੇ ਪੁਰਖ ਤੇ ਰਾਜਸੀ ਸੁਭਾਅ ਵਾਲੇ ਮੁਨੀ ਮੰਨਣਸ਼ੀਲ ਲੋਕ ਅਤੇ ਭਗਤ ਜਨ ਜਿਸ ਅੰਮ੍ਰਿਤ ਨੂੰ ਚੌਹਾਂ ਯੁੱਗਾਂ ਵਿੱਚ ਲੱਭਦੇ ਆ ਰਹੇ ਹਨ। ਸੋ ਅੰਮ੍ਰਿਤ ਗੁਰ ਤੇ ਪਾਇਆ। ਉਹ ਨਾਮ ਅਪਰੋਖ ਗਿਆਨ ਰੂਪੀ ਜਾਂ ਬ੍ਰਹਮਾਨੰਦ ਰੂਪੀ ਅੰਮ੍ਰਿਤ ਪੂਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਤੋਂ ਪਾਇਆ ਹੈ। ਸ਼ਾਹ ਸਿਕੰਦਰ ਭਾਲੇ ਆਬੇ ਹਯਾਤ ਨੂੰ ਵਿੱਚ ਪਹਾੜਾਂ ਫਿਰਦਾ ਦਿਨ ਤੇ ਰਾਤ ਨੂੰ ਪੀਤੋਸ ਨਹੀਂ ਪਿਆਲਾ ਆਪਣੇ ਦਸਤ ਪਾਰ ਵਜ਼ੀਦਾ। ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ। ਇੱਕ ਸਿਕੰਦਰ ਬਾਦਸ਼ਾਹ ਜਿਹੜਾ ਯੂਨਾਨ ਦਾ ਬਾਦਸ਼ਾਹ ਸੀਗਾ, ਇਹਨੇ ਸਭ ਦੁਨੀਆ ਨੂੰ ਜਿੱਤ ਲਿਆ, ਚੱਕਰਵਰਤੀ ਬਾਦਸ਼ਾਹ ਬਣ ਗਿਆ। ਇਹਨੇ ਸਿਆਣਿਆਂ ਤੋਂ ਪੁੱਛਿਆ ਕਿ ਮੈਂ ਕਦੀ ਵੀ ਨਾ ਮਰਾਂ, ਅਮਰ ਹੋ ਜਾਵਾਂ ਤੇ ਮੈਨੂੰ ਅਮਰ ਦਾ ਕੁੰਡ ਦੱਸੋ। ਉਹਨਾਂ ਰਾਹ ਪਾ ਦਿੱਤਾ। ਬੜੇ ਮੁਸ਼ਕਲਾਂ ਦੇ ਨਾਲ ਕਾਲ ਚੱਕਰ ਨੂੰ ਲੰਘ ਕੇ ਤੇ ਸੱਪਾਂ ਦੇ ਕੁੰਡਾਂ ਨੂੰ ਟੱਪ ਕੇ ਪਹਾੜਾਂ ਸਮੁੰਦਰਾਂ ਦੇ ਉੱਪਰ ਦੀ ਹੁੰਦਾ ਹੋਇਆ ਜਦ ਕਹਿੰਦੇ ਅਮਰ ਦੇ ਕੁੰਡ ਕੋਲ ਪਹੁੰਚ ਗਿਆ ਤਾਂ ਰੰਭਾ ਨਾਮੇ ਅਪਸ਼ਰਾ ਦਸਮ ਗ੍ਰੰਥ ਦੇ ਵਿੱਚ ਵੀ ਇਹ ਤ੍ਰਿਆ ਚਰਿੱਤਰ 'ਚ ਪ੍ਰਸੰਗ ਆਇਆ। ਰੰਭਾ ਦਾ ਚਰਿੱਤਰ ਸੀਗਾ। ਇੰਦਰ ਨੂੰ ਵਕਤ ਪੈ ਗਿਆ ਵੀ ਇਹ ਬੰਦਾ ਜੀ ਜਿਉਂਦਾ ਰਹਿ ਗਿਆ ਤੇ ਫਿਰ ਮੇਰੀ ਇੰਦਰਪੁਰੀ ਤੇ ਕਬਜ਼ਾ ਕਰ ਲਊਗਾ, ਮੈਨੂੰ ਬਾਹਰ ਕੱਢ ਦੇਵੇਗਾ। ਉਹਨੇ ਸਭਾ ਦੇ ਵਿੱਚ ਆਪਦੀ ਪ੍ਰੋਬਲਮ ਰੱਖੀ ਤੇ ਰੰਭਾ ਨਾਮੇ ਅਪਸ਼ਰਾ ਕਹਿਣ ਲੱਗੀ ਤੁਸੀਂ ਇਹ ਸੇਵਾ ਮੈਨੂੰ ਦਿਓ, ਮੈਂ ਉਹਦਾ ਪ੍ਰਬੰਧ ਕਰਦੀ ਹਾਂ। ਇੱਕ ਗਲੀ ਸੜੀ ਇੱਲ ਦਾ ਰੂਪ ਧਾਰ ਕੇ ਉੱਥੇ ਸੁੱਕੇ ਦਰਖਤ ਦੇ ਉੱਪਰ ਆ ਕੇ ਬੈਠ ਗਈ। ਜਦ ਬੜੇ ਯਤਨਾਂ ਦੇ ਨਾਲ ਅੰਮ੍ਰਿਤ ਦੇ ਕੁੰਡ ਕੋਲ ਪਹੁੰਚਿਆ, ਅੰਮ੍ਰਿਤ ਦਾ ਬੁੱਕ ਇਹਨੇ ਭਰ ਵੀ ਲਿਆ। ਜਦ ਪੀਣ ਲੱਗਾ ਤੇ ਉਹ ਹੱਸ ਪਈ। ਸ੍ਰੀ ਦਸਮ ਗ੍ਰੰਥ 'ਚ ਕਲਗੀਧਰ ਮਹਾਰਾਜ ਨੇ ਪੂਰਾ ਪ੍ਰਸੰਗ ਲਿਖਿਆ। ਜਦ ਉਹ ਹੱਸ ਪਈ ਤੇ ਇਹ ਕਹਿਣ ਲੱਗਾ ਤੂੰ ਹੱਸਦੀ ਕਿਉਂ ਹੈ? ਕਹਿੰਦੀ ਕੋਈ ਨਹੀਂ ਪੀ ਲਾ ਤੈਨੂੰ ਕੀ, ਮੈਂ ਜੋ ਮਰਜ਼ੀ ਹੱਸਾਂ ਰੋਵਾਂ। ਕਹਿੰਦਾ ਨਹੀਂ, ਤੂੰ ਆਪਦੇ ਹੱਸਣ ਦਾ ਕਾਰਨ ਦੱਸ। ਕਹਿੰਦੀ ਜੇ ਮੈਂ ਤੈਨੂੰ ਕਾਰਨ ਦੱਸ ਦਿੱਤਾ ਤਾਂ ਤੂੰ ਇਸ ਅੰਮ੍ਰਿਤ ਨੂੰ ਪੀ ਨਹੀਂ ਸਕੇਗਾ, ਇਹਨੂੰ ਡੁੱਲਣਾ ਪਏਗਾ। ਇਹ ਹੋਰ ਸ਼ੰਕਾ 'ਚ ਪੈ ਗਿਆ। ਕਹਿੰਦਾ ਦੱਸ ਤਾਂ ਸਹੀ ਗੱਲ ਕੀ ਆ? ਕਹਿੰਦੀ ਗੱਲ ਇੰਝ ਹੈ, ਇਹ ਇੱਕ ਖੋਟਾ ਪਾਣੀ ਹੈ ਜਿਹਨੂੰ ਤੂੰ ਅੰਮ੍ਰਿਤ ਕਹਿ ਰਹੀ ਹੈ।
ਇਹਦੇ ਨਾਲ ਬੰਦਾ ਮਰਦਾ ਨਹੀਂ। ਇਹ ਮੈਂ ਖੋਟਾ ਪਾਣੀ ਪੀ ਤਾਂ ਲਿਆ, ਵੇਖ ਹੁਣ ਮਰਨਾ ਤਾਂ ਮੈਂ ਹੈ ਨਹੀਂ, ਪਰ ਸਰੀਰ ਦਾ ਅਕਸਰ ਸਰੀਰ ਹੀ ਹੈ, ਸਰੀਰ ਮੇਰਾ ਭੁਰ ਰਿਹਾ ਹੈ। ਜਿਸ ਤਰ੍ਹਾਂ ਆਟਾ ਗੁੰਨਣ ਤੋਂ ਬਾਅਦ ਹੱਥ ਝਾੜੀਏ ਤੇ ਆਟਾ ਭੁਰਦਾ ਹੈ, ਇਸ ਤਰ੍ਹਾਂ ਚਮੜੀ ਭੁਰ ਰਹੀ ਹੈ। ਖੁਸ਼ਕੀ ਦੇ ਨਾਲ ਖੰਭ ਮੇਰੇ ਝੜ ਗਏ ਨੇ, ਅਤੇ ਜਿਸ ਤਰ੍ਹਾਂ ਸੁੱਕਾ ਬਤਾਊ ਹੁੰਦਾ, ਸੁੱਕੀ ਮੂਲੀ ਹੁੰਦੀ, ਇਸ ਤਰ੍ਹਾਂ ਦਾ ਮੇਰਾ ਸਰੀਰ ਬਣਿਆ ਹੋਇਆ। ਨਾ ਮੈਂ ਉੱਡ ਸਕਦੀ ਹਾਂ, ਨਾ ਮੈਂ ਮਰ ਸਕਦੀ ਹਾਂ, ਅਤੇ ਭਾਗ ਮੈਨੂੰ ਪਈ ਹੋਈ ਹੈ। ਜੇ ਤੂੰ ਵੀ ਇਹਨੂੰ ਪੀ ਲਿਆ ਮਰੇਗਾ ਤਾਂ ਨਹੀਂ, ਪਰ ਇਸ ਤਰ੍ਹਾਂ ਜਿਸ ਤਰ੍ਹਾਂ ਸੱਪ ਢਿੱਡ ਘੜੀਸ ਘੜੀਸ ਤੁਰਦੇ ਨੇ, ਕਿਹੜੇ ਕਿਹੜੇ ਮੋਟੇ ਹੋ ਜਾਂਦੇ, ਉਮਰ ਲੰਬੀ ਹੁੰਦੀ ਪਰ ਭੋਗਣੀ ਬੜੀ ਔਖੀ ਹੈ। ਰੱਬ ਨੇ ਜਦ ਕਹਿੰਦੇ ਉਮਰ ਵੰਡੀ, ਅਤੇ ਕੁੱਤੇ ਨੇ ਬਿੱਲੇ ਨੇ ਉਹ ਲੋਕਾਂ ਨੇ ਗੱਲ ਬਣਾਈ ਹੈ, ਖੋਤੇ ਨੇ, ਅਤੇ ਉੱਲੂ ਨੇ ਆਪਦੀ ਉਮਰ ਬੰਦੇ ਨੂੰ ਦੇ ਦਿੱਤੀ। ਕੁੱਤਾ ਕਹਿਣ ਲੱਗਾ ਮੇਰਾ ਕੰਮ ਕੀ ਹੈ? ਕਹਿੰਦੇ ਭੌਂਕਣਾ। ਕਹਿੰਦੇ ਮਹਾਰਾਜ 20 ਸਾਲ ਕੀ ਕਰਨੇ ਨੇ? 10 ਹੀ ਬਥੇਰੀ ਹੈ, 20 ਸਾਲ ਐਵੇਂ ਭੌਂਕਦਾ ਰਹੂੰਗਾ, ਅਤੇ ਉਹ ਬੰਦੇ ਨੂੰ ਦੇ ਦਿਓ। ਉਹ ਬੰਦੇ ਨੂੰ ਮਿਲ ਗਈ। ਅਤੇ ਫਿਰ ਖੋਤੇ ਨੇ ਪੁੱਛਿਆ, ਕਹਿਣ ਲੱਗਾ ਜੀ ਮੇਰਾ ਕੰਮ ਕੀ? ਕਹਿੰਦੇ ਭਾਰ ਢੋਣਾ। ਕਹਿੰਦੇ ਮਹਾਰਾਜ 40 ਸਾਲ ਮੈਂ ਭਾਰ ਢੋਂਦਾ ਮਰ ਜਾਊਂਗਾ, ਅਤੇ ਆਹ 20 ਸਾਲ ਇਹਨੂੰ ਬੰਦੇ ਨੂੰ ਦੇ ਦਿਓ। ਇਉਂ 20 ਸਾਲ ਖੋਤੇ ਦੀ ਉਮਰ। ਅਤੇ ਫਿਰ ਉੱਲੂ ਨੇ ਪੁੱਛਿਆ, ਕਹਿੰਦਾ ਮਹਾਰਾਜ ਮੇਰਾ ਕੰਮ ਕੀ ਹੋਊਗਾ? ਕਹਿੰਦੇ ਬਸ ਬਿਤਰ ਬਿਤਰ ਵੇਖੀ ਜਾ, ਰਾਤ ਨੂੰ ਦਿਖੇਗਾ, ਦਿਨੇ ਅੰਨਾ ਹੋ ਜਾਏਗਾ। ਕਹਿੰਦਾ ਮਹਾਰਾਜ ਇੰਨਾ ਮੈਂ ਕਸ਼ਟ ਭੋਗੂੰਗਾ, ਅਤੇ ਮੇਰੀ ਉਮਰ ਇਹ ਵੀ ਘਟਾ ਕੇ ਬਾਕੀ ਬੰਦੇ ਨੂੰ ਦੇ ਦਿਓ। ਇਉਂ ਪਹਿਲਾਂ ਤਾਂ ਕੁੱਤੇ ਵਾਂਗ ਭੌਂਕਦਾ ਰਹਿੰਦਾ, ਨਿਆਣਿਆਂ ਬੱਚਿਆਂ ਦੇ ਮਗਰ ਮਗਰ ਕੋਈ ਆਖੇ ਨਹੀਂ ਲੱਗਦਾ। ਫਿਰ ਖੋਤੇ ਵਾਂਗ ਭਾਰ ਢੋਂਦਾ ਹੈ, ਅਤੇ ਭਾਰ ਢੋਂਦਾ ਮਰ ਜਾਂਦਾ। ਇੱਧਰੋਂ ਵੀ ਲੈ ਲਿਆ, ਉੱਧਰੋਂ ਵੀ ਲੈ ਲਿਆ, ਅਤੇ ਚੋਰੀ ਯਾਰੀ ਕਰਕੇ ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁਤਦਾਰਾ ਭਿਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਇਉਂ ਖੋਤੇ ਦੀ ਤਰ੍ਹਾਂ ਭਾਰ ਢੋਂਦਾ ਢੋਂਦਾ ਮਰ ਜਾਂਦਾ, ਪੱਲੇ ਕੱਖ ਵੀ ਨਹੀਂ ਪੈਂਦਾ। ਕੁੱਤੇ ਦੀ ਤਰ੍ਹਾਂ ਭੌਂਕਦਾ ਰਹਿੰਦਾ, ਨਿਆਣੇ ਆਖੇ ਨਹੀਂ ਲੱਗਦੇ। ਫਿਰ ਬਾਅਦ ਦੇ ਵਿੱਚ 80 ਤੋਂ ਬਾਅਦ ਉੱਲੂ ਦੀ ਤਰ੍ਹਾਂ ਵਹਿੰਦਾ ਰਹਿੰਦਾ, ਕੋਈ ਬੁਲਾਉਂਦਾ ਚਲਾਉਂਦਾ ਨਹੀਂ। ਇਉਂ ਬੰਦਾ ਹੈ ਤਾਂ ਸਰਬ ਸ੍ਰੇਸ਼ਟ। ਮਹਾਰਾਜ ਨੇ ਆਖਿਆ 184 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏਂਦਾ। ਅਤੇ 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਜਨਮ ਤਾਂ ਉੱਤਮ ਹੈ ਮਨੁੱਖਾ ਦੇਹੀ ਦਾ, ਉਮਰ ਤਾਂ ਲੰਬੀ ਹੈ ਤਾਂ ਸਰਦਾਰ ਜੂਨ, ਪਰ ਭੋਗਣੀ ਬੜੀ ਔਖੀ ਜੇ। ਪੁੱਛ ਕੇ ਵੇਖੋ ਲੋਕਾਂ ਨੂੰ, ਆ PGI ਚਲੇ ਜਾਇਓ, ਅਤੇ ਅਖਬਾਰਾਂ ਦੇ ਵਿੱਚ ਨਿੱਤ ਕੋਈ ਨਾ ਕੋਈ ਮੁਸ਼ਕਿਲ ਖੜੀ ਹੁੰਦੀ ਹੈ। ਇਉਂ ਦੁਨੀਆ ਤੰਗ ਬੜੀ, ਬਹੁਤ ਪਰੇਸ਼ਾਨ ਹੈ। ਗੁਰੂ ਸਾਹਿਬ ਕਿਰਪਾ ਕਰਕੇ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਭਰੈ ਤਿਤੈ ਲੈਹੋ ਉਬਾਰ। ਕੁੱਤੇ ਬਿੱਲੇ ਤਾਂ ਸੌਖੀ ਭੋਗ ਕੇ ਮਰ ਮੁਰ ਜਾਂਦੇ, ਮਾੜਾ ਮੋਟਾ ਜੋ ਕਰਮ ਕੋਈ ਆਇਆ ਵੀ ਹੈ ਤਾਂ ਝੱਟ ਨਿਬੜ ਜਾਂਦਾ, ਪਰ ਬੰਦੇ ਦੀ ਉਮਰ ਭੋਗਣੀ ਬਹੁਤ ਔਖੀ ਹੈ। ਤੋ ਮਹਾਰਾਜ ਨੇ ਆਖਿਆ ਹਰ ਬਿਸਰਤ ਸਦਾ ਖੁਆਰੀ। ਵਾਹਿਗੁਰੂ ਜੀ ਦਾ ਨਾਮ ਭੁਲਾ ਕੇ ਇਨਸਾਨ ਨੂੰ ਹਮੇਸ਼ਾ ਖਰਾਬ ਹੋਣਾ ਪੈਂਦਾ। ਬਿਨ ਸਿਮਰਨ ਜੋ ਜੀਵਨ ਬਲਨਾ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਦੇ ਸਿਮਰਨ ਤੋਂ ਬਗੈਰ ਜੋ ਜ਼ਿੰਦਗੀ ਦਾ ਜਿਉਣਾ ਹੈ, ਸਰਪ ਜੈਸੇ ਯਾਰ ਜਾਰੀ, ਇਹ ਸੱਪ ਦੀ ਉਮਰ ਦੀ ਤਰ੍ਹਾਂ ਫਜ਼ੂਲ ਹੈ, ਜੋ ਸੜਦੇ ਰਹਿੰਦੇ ਨੇ ਜ਼ਹਿਰ ਦੇ ਨਾਲ। ਢਿੱਡ ਘੜੀਸ ਕੇ ਤੁਰਨਾ ਪੈਂਦਾ, ਤੁਰਿਆ ਜਾਂਦਾ ਕੋਈ ਨਹੀਂ। ਤੋ ਇੰਝ ਉਮਰ ਲੰਬੀ ਦਾ ਕੋਈ ਇੰਨਾ ਲਾਭ ਨਹੀਂ ਹੈ। ਸਾਡੇ ਗੁਰੂਆਂ ਨੇ, ਦਸੇ ਪਾਤਸ਼ਾਹੀਆਂ ਨੇ ਆਪਦੀ ਉਮਰ ਨੂੰ ਲੰਬਾ ਨਹੀਂ ਕੀਤਾ, ਥੋੜ੍ਹੀ ਥੋੜ੍ਹੀ ਉਮਰ ਦੇ ਵਿੱਚ ਹੀ ਫਤਿਹ ਬੁਲਾ ਗਏ। ਜੋਗੀ ਲੋਕ 10ਵੇਂ ਦਵਾਰ ਸਵਾਸ ਚੜ੍ਹਾ ਕੇ 500 1000 ਸਾਲ ਤੱਕ ਸਰੀਰ ਲੰਬਾ ਰੱਖਦੇ। ਸਿਕੰਦਰ ਬਾਦਸ਼ਾਹ, ਉਹਨੇ ਆਪਦੇ ਸਰੀਰ ਨੂੰ ਅਮਰ ਕਰਨ ਵਾਸਤੇ ਜਦ ਬੁੱਕ ਭਰ ਲਿਆ, ਅਤੇ ਇੱਲ ਤੋਂ ਇੰਜ ਸੁਣਿਆ
ਉਸੇ ਵਕਤ ਹੀ ਸ੍ਰੀ ਗੁਰੂ ਅਰਜਨ ਦੇਵ ਨੇ ਬਾਣੀ ਵਿੱਚ ਲਿਖਿਆ, ਕਰ ਮਹਿ ਅੰਮ੍ਰਿਤ ਆਣ ਨਿਸਾਰਿਓ। ਹੱਥ ਵਿੱਚ ਬੁੱਕ ਵਿੱਚ ਭਰਿਆ ਹੋਇਆ ਅੰਮ੍ਰਿਤ ਉਹਨੇ ਭਰ ਤਾਂ ਲਿਆ, ਪਰ ਕਰਮਾਂ ਤੋਂ ਬਗੈਰ ਪੀ ਨਹੀਂ ਸਕਿਆ, ਉਹਨੂੰ ਡੁੱਲਣਾ ਪਿਆ। ਖਿਸਰ ਗਇਓ ਭੂਮ ਪਰ ਡਾਰਿਓ, ਡੁੱਲ ਗਿਆ, ਧਰਤੀ ਦੇ ਉੱਪਰ ਵੇਸਟ ਹੋ ਗਿਆ। ਇਉਂ ਕਹਿੰਦੇ ਸ਼ਾਹ ਸਿਕੰਦਰ ਪਾਲੇ ਆਬੇ ਹਯਾਤ ਨੂੰ। ਸਿਕੰਦਰ ਬਾਦਸ਼ਾਹ ਅੰਮ੍ਰਿਤ ਦੇ ਸਰੋਵਰ ਨੂੰ, ਕੁੰਡ ਨੂੰ ਲੱਭਦਾ ਲੱਭਦਾ ਬੜੀ ਮੁਸ਼ਕਲ ਨਾਲ ਉੱਥੇ ਪਹੁੰਚਿਆ। ਵਿੱਚ ਪਹਾੜਾਂ ਫਿਰਦਾ ਦਿਨ ਤੇ ਰਾਤ ਨੂੰ, ਦਿਨ ਰਾਤ ਪਹਾੜਾਂ ਨਦੀਆਂ ਨਾਲ ਹੀ ਲੰਘਦਾ ਹੋਇਆ ਜਦ ਉੱਥੇ ਪਹੁੰਚਿਆ ਤੇ ਸ਼ਾਹ ਸਿਕੰਦਰ ਪਾਲੇ ਆਬੇ ਹਯਾਤ ਨੂੰ, ਵਿੱਚ ਪਹਾੜਾਂ ਫਿਰਦਾ ਦਿਨ ਤੇ ਰਾਤ ਨੂੰ, ਪੀ ਤੋਸ ਨਹੀਂ ਪਿਆਲਾ ਆਪਣੇ ਦਸਤ ਪਰ। ਹੱਥ ਵਿੱਚ ਬੁੱਕ ਵਿੱਚ ਅੰਮ੍ਰਿਤ ਭਰ ਵੀ ਲਿਆ, ਪਰ ਉਹ ਪੀ ਨਹੀਂ ਪਾਇਆ। ਕਿਉਂ? ਕਰਮ 'ਚ ਨਹੀਂ ਸੀਗਾ। ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਝ ਕਰ। ਵਜੀਦ ਕਵੀ ਕਹਿੰਦਾ ਕਿ ਮਾਲਕ ਵਾਹਿਗੁਰੂ ਨੂੰ ਕੌਣ ਆਖੇ ਵੀ ਇਉਂ ਨਹੀਂ ਇੰਝ ਕਰ, ਜੋ ਉਹਦਾ ਹੁਕਮ ਹੈ ਉਸੇ ਤਰ੍ਹਾਂ ਹੋਣਾ। ਅੰਮ੍ਰਿਤ ਦਾ ਜ਼ਿਕਰ ਸਨਾਤਨਵਾਦੀ ਗ੍ਰੰਥਾਂ ਵਿੱਚ ਵੀ ਆਇਆ ਕਿ ਖੀਰ ਸਮੁੰਦਰ ਰਿੜਕ ਕੇ ਜਦ ਦੇਵਤਿਆਂ ਤੇ ਦੈਂਤਾਂ ਨੇ 14 ਰਤਨ ਕੱਢੇ, ਉਹਨਾਂ ਵਿੱਚੋਂ ਇੱਕ ਅੰਮ੍ਰਿਤ ਵੀ ਸੀਗਾ, ਇੱਕ ਸ਼ਰਾਬ ਵੀ ਸੀ, ਇੱਕ ਜ਼ਹਿਰ ਵੀ ਸੀਗਾ। ਤੇ ਫਿਰ ਇਹਨਾਂ ਦੇਵਤਿਆਂ ਨੇ ਸੋਚਿਆ ਕਿ ਜੇ ਦੈਂਤਾਂ ਨੇ ਅੰਮ੍ਰਿਤ ਪੀ ਲਿਆ ਇਹ ਤਾਂ ਸਾਨੂੰ ਵਕਤ ਪਾ ਦੇਣਗੇ, ਦੁਨੀਆ ਦਾ ਪਹਿਲਾਂ ਨਹੀਂ ਟਿਕਣ ਦਿੰਦੇ, ਸਾਨੂੰ ਵੀ ਭਜਾ ਦੇਣਗੇ, ਪਾਪ ਕਰਮ ਦੁਨੀਆ 'ਚ ਵੱਧ ਜਾਏਗਾ। ਵਿਸ਼ਨੂੰ ਭਗਵਾਨ ਦੀ ਡਿਊਟੀ ਲਾਈ ਕਿ ਤੂੰ ਪ੍ਰਬੰਧ ਕਰ। ਉਹਨੇ ਮੋਹਣੀ ਅਵਤਾਰ ਧਾਰ ਕੇ ਦੇਵਤਿਆਂ ਦੇ ਦੈਂਤਾਂ ਦੀ ਪੰਗਤ ਦੇ ਵਿੱਚ ਇੱਕੋ ਹੀ ਭਾਂਡੇ 'ਚ ਦੋਵੇਂ ਚੀਜ਼ਾਂ ਰੱਖ ਕੇ ਸ਼ਰਾਬ ਤੇ ਅੰਮ੍ਰਿਤ ਇਕੱਠੀਆਂ ਵਰਤਾਉਣੀਆਂ ਸ਼ੁਰੂ ਕਰ ਦਿੱਤੀਆਂ। ਇਉਂ ਦੇਵਤਿਆਂ ਵਾਲੀ ਪੰਗਤ 'ਚ ਅੰਮ੍ਰਿਤ ਵਰਤਾ ਦਿੱਤਾ ਤੇ ਜਿਹੜੇ ਦੈਂਤ ਸਨ ਉਹਦੇ ਮੂੰਹ ਵਾਲੀ ਵਹਿੰਦੇ ਰਹੇ। ਉਹਨਾਂ ਨੂੰ ਭੁੱਲ ਹੀ ਗਿਆ ਵੀ ਆਪਾਂ ਨੇ ਅੰਮ੍ਰਿਤ ਹੀ ਪੀਣਾ ਹੈ। ਭੁਲੇਖਾ ਪਾ ਕੇ ਮੋਹਣੀ ਅਵਤਾਰ ਦੇ ਮੂੰਹ ਵਾਲੇ ਵਹਿੰਦੇ ਰਹੇ, ਉਹਨਾਂ ਨੂੰ ਸ਼ਰਾਬ ਪਿਆਤੀ। ਇੱਕ ਦੈਂਤ ਦੇਵਤਿਆਂ ਦੀ ਪੰਗਤ 'ਚ ਬੈਠ ਕੇ ਤੇ ਭੁਲੇਖੇ ਨਾਲ ਅੰਮ੍ਰਿਤ ਪੀ ਗਿਆ। ਮੁੜ ਕੇ ਬਾਅਦ ਵਿੱਚ ਕਹਿੰਦੇ ਉਹਨੂੰ ਵੱਢ ਸੁੱਟਿਆ ਵੀ ਇਹਨੇ ਅੰਮ੍ਰਿਤ ਪੀਤਾ ਕਿਉਂ। ਉਹਦੇ 2 ਟੋਟੇ ਅਜੇ ਵੀ ਕਹਿੰਦੇ ਅਮਰ ਨੇ, ਜੋਸ਼ੀ ਮੰਨਦੇ ਇੱਕ ਰਾਹੂ ਤੇ ਇੱਕ ਕੇਤੂ ਹੈ। ਇਹ ਦੋਵੇਂ ਹੀ ਸੂਰਜ ਨੂੰ ਚੰਦਰਮਾ ਨੂੰ ਗ੍ਰਹਿਣ ਲੱਗਦਾ ਹੈ ਤੇ ਜੋਸ਼ੀ ਲੋਕ ਇਹ ਗੱਲ ਮੰਨਦੇ ਨੇ, ਕਹਿੰਦੇ ਰਾਹੂ ਕੇਤੂ ਦੋ ਬੈਲ ਹਮਾਰੇ 60 ਸਤੀ ਹੈ ਖੇਤੀ, ਪਤਰੀ ਹਮਾਰੀ ਬੜੀ ਸ਼ਿਕਾਰ ਨ ਮਾਰ ਲਿਆਵੇ ਛੇਤੀ, ਤੇਰੇ ਤੇ ਰਾਹੂ ਭਾਰੂ ਹੈ, ਤੇਰੇ ਤੇ ਕੇਤੂ ਭਾਰੂ ਹੈ। ਉਹ ਦੈਂਤ ਅਜੇ ਵੀ ਨਹੀਂ ਕਹਿੰਦੇ ਮਰਿਆ। ਉਹ ਜਿਹੜਾ ਅੰਮ੍ਰਿਤ ਸੀਗਾ ਉਹ ਘੜੇ ਦੇ ਵਿੱਚ ਬਚ ਵੀ ਗਿਆ ਤੇ ਜਦ ਦੈਂਤਾਂ ਨੂੰ ਪਤਾ ਲੱਗਾ ਕਿ ਇਹਨੇ ਸਾਡੇ ਨਾਲ ਧੋਖਾ ਕੀਤਾ, ਫਿਰ ਉਹ ਅੰਮ੍ਰਿਤ ਪੀਣ ਲਈ ਭੱਜੇ ਤੇ ਇਹ ਘੜਾ ਲੈ ਕੇ ਦੇਵਤੇ ਅੱਗੇ ਅੱਗੇ ਤੇ ਦੈਂਤ ਮਗਰ ਮਗਰ। ਤੇ ਸਨਾਤਨ ਮਤ ਦੇ ਗ੍ਰੰਥਾਂ 'ਚ ਲਿਖਿਆ ਵੀ ਜਿੱਥੇ ਦੁੱਖ ਭੰਜਨੀ ਮੇਰੀ ਅੰਮ੍ਰਿਤ ਸਰੋਵਰ ਹੈ, ਉੱਥੇ ਕਹਿੰਦੇ ਅੰਮ੍ਰਿਤ ਡੁੱਲਿਆ ਸੀਗਾ। ਹੋਰ ਜਗ੍ਹਾ ਵੀ ਇਹਨਾਂ ਨੇ ਲਿਖੀਆਂ ਨੇ, ਪਰ ਸਾਡੇ ਵਾਸਤੇ ਅੰਮ੍ਰਿਤ ਸਰੋਵਰ ਦੀ ਮਹਿਮਾ ਦਸੇ ਪਾਤਸ਼ਾਹੀਆਂ ਕਰਕੇ ਹੈ, ਗੁਰੂਆਂ ਸਾਹਿਬਾਂ ਕਰਕੇ ਹੈ। ਇਹ ਗੱਲ ਨੂੰ ਆਪਾਂ ਬਹੁਤੀ ਅਹਿਮੀਅਤ ਨਹੀਂ ਦਿੰਦੇ ਹਾਂ। ਰਹੋ ਵਿਚਾਰ, ਮਤਲਬ ਅੰਮ੍ਰਿਤ ਦੇਵਤਿਆਂ ਨੇ ਵੀ ਪੀਤਾ, ਪਰ ਅੰਮ੍ਰਿਤ ਪੀ ਕੇ ਉਹਨਾਂ ਦੇ ਮਨ ਵਿੱਚੋਂ ਈਰਖਾ ਦੁਈ ਦਵੈਤ ਨਹੀਂ ਗਈ, ਲੜਾਈ ਝਗੜਾ ਵੈਰ ਵਿਰੋਧ ਨਹੀਂ ਗਿਆ, ਤੇ ਬਲਕਿ ਅੰਮ੍ਰਿਤ ਪੀ ਕੇ ਉਹਨਾਂ ਨੇ ਕੁਕਰਮ ਵੀ ਕੀਤੇ। ਇੰਦਰ ਨੇ ਵੇਖੋ ਗੌਤਮ ਦੇ ਘਰ ਆ ਕੇ ਉਹਦੀ ਘਰਵਾਲੀ ਅਹਲਿਆ ਦੇ ਨਾਲ ਮੂੰਹ ਕਾਲਾ ਕੀਤਾ। ਅੰਮ੍ਰਿਤਧਾਰੀ ਬੰਦਾ ਇਸ ਤਰ੍ਹਾਂ ਕਰਦਾ ਚੰਗਾ ਨਹੀਂ ਲੱਗਦਾ। ਅੰਮ੍ਰਿਤਾਂ ਛਕਾਤਾ ਵਿਸ਼ਨੂੰ ਨੇ, ਪਰ ਰਹਿਤ ਦੱਸੀ ਹੋਈ ਨਹੀਂ। ਅੰਮ੍ਰਿਤ ਦੀ ਅਹਿਮੀਅਤ ਤਾਂ ਰਹਿਤ ਦੇ ਨਾਲ ਹੈ। ਉਂਝ ਅੰਮ੍ਰਿਤ ਪੀਤਾ ਕੀ ਆਖੂਗਾ, ਇਕੱਲਾ ਅੰਮ੍ਰਿਤ ਹੀ ਥੋੜੋ ਅਮਰ ਕਰ ਸਕਦਾ, ਗੁਣ ਵੀ ਨਾਲ ਹੁੰਦੇ ਨੇ। ਤੋ ਇਸ ਵਾਸਤੇ ਜਿਹੜਾ ਕਲਗੀਧਰ ਦਸ਼ਮੇਸ਼ ਪਿਤਾ ਸਾਡੇ ਗੁਰੂਆਂ ਨੇ ਸਾਨੂੰ ਅੰਮ੍ਰਿਤ ਛਕਾਇਆ, ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ
ਨਾਲ ਗੁਰਮਤਿ ਰਹਿਤ ਮਰਿਆਦਾ ਬਖਸ਼ਿਸ਼ ਕੀਤੀ ਹੈ ਕਿ 5 ਕਕਾਰਾਂ ਦੀ ਰਹਿਤ ਰੱਖਣੀ ਹੈ, 4 ਬਜਰ ਕਰੈਤਾਂ ਤੋਂ ਬਚ ਕੇ ਰਹਿਣਾ, ਹੁੱਕਾ, ਹਜ਼ਾਮਤ, ਹਲਾਲੋ ਹਰਾਮ, ਹੁੱਕਾ ਨਹੀਂ ਪੀਣਾ। ਹੁੱਕਾ ਪੀਣ ਵਾਲੇ ਕੋਲ ਖੜਨਾ ਨਹੀਂ, ਬੈਠਣਾ ਨਹੀਂ, ਉਹਦੀ ਸੰਗਤ ਨਹੀਂ ਕਰਨੀ, ਉਹਦਾ ਝੂਠਾ ਨਹੀਂ ਖਾਣਾ, ਉਹਦੇ ਹੱਥ ਦਾ ਲੈ ਕੇ ਨਹੀਂ ਖਾਣਾ। ਹਜਾਮਤ ਨਹੀਂ ਕਰਾਉਣੀ, ਹਜਾਮਤ ਕਰਾਉਣ ਵਾਲਿਆਂ ਦੇ ਕੋਲ ਜਾਣਾ ਨਹੀਂ। ਸਾਡੇ ਮੁੰਡੇ ਅੱਜ ਕੱਲ੍ਹ ਦਾੜੀ ਨਹੀਂ ਵਧਣ ਦਿੰਦੇ, ਉਹਨਾਂ ਨੂੰ ਜੇ ਆਖੀਏ ਕਹਿੰਦੇ ਆਪਾਂ ਤਾਂ ਵਿਆਹ ਕਰਾਉਣਾ ਜੀ, ਇਸ ਨੂੰ ਕਹੋ ਨਾ ਵੀ ਤੂੰ ਦਾੜੀ ਸੈੱਟ ਕਿਉਂ ਕਰਾ ਰਿਹਾ, ਉਹ ਨਾਈਆਂ ਕੋਲ ਜਾ ਕੇ ਉਹੀ ਹਥਿਆਰ ਤੋਰ ਜਾਂ ਉਹੀ ਸਾਰਾ ਕੁਝ ਲਵਾਉਂਦੇ ਨੇ, ਜਲਬਾਂ ਜੁਲਬਾਂ ਜੀਆਂ, ਉਹਨਾਂ ਦੇ ਗੰਦੇ ਮੰਦੇ, ਉਹਨਾਂ ਕਿਹੜਾ ਹੱਥ ਮਾਂਜਣੇ ਧੋਣੇ ਨੇ, ਉਹੀ ਗੰਦੇ ਮੰਦੇ ਹੱਥੀ ਮੂੰਹ ਨਾਲ ਲਾ ਦਿੰਦੇ, ਉਹੀ ਲੋਕਾਂ ਦੀਆਂ ਲੱਤਾਂ ਬਾਹਾਂ ਨੂੰ ਲਾਈ ਜਾਂਦੇ, ਉਹੀ ਜਵਾਨਾਂ ਦੀਆਂ ਦਾੜੀ ਨੂੰ ਲਾਈ ਜਾਂਦੇ ਨੇ। ਤੋ ਇਸ ਵਾਸਤੇ ਕੁੰਡਲ ਪਵਾਓ ਜੀ, ਸੈੱਟ ਕਰਾਓ ਜੀ। ਇਹ ਮੁੱਛਾਂ 'ਤੇ ਕੁੰਡਲ ਪਾਉਣੇ ਜਾਂ ਦਾੜੀ 'ਚ ਕੁੰਡਲ ਪਾਉਣੇ ਜਾਂ ਸੈੱਟ ਕਰਾਉਣੀ, ਇਹ ਵੀ ਇੱਕ ਮਨਮਤ ਹੈ, ਕੇਸਾਂ ਦੀ ਬੇਦ ਵੀ ਹੈ। ਸੋ ਕੱਲ ਫਾਦਕ ਲਾਉਣਾ, ਇਹਨੂੰ ਕਾਲਾ ਕਰਨਾ, ਇਹ ਵੀ ਇੱਕ ਕੇਸਾਂ ਦੀ ਬੇਦਬੀ ਗੁਰੂ ਸਾਹਿਬ ਦੀ ਮਰਿਆਦਾ ਤੋਂ ਉਲਟ ਹੈ। ਸਰੀਰ ਦੇ ਕਿਸੇ ਵੀ ਅੰਗ ਤੋਂ, ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੀਆਂ ਅੰਗੂਠੇ ਤੱਕ ਸਰੀਰਾਂ ਨੂੰ ਕਟਾਉਣਾ, ਬਣਾਉਣਾ, ਘਸਾਉਣਾ, ਦਵਾਈ ਲਾ ਕੇ ਸਾੜਨਾ, ਕਿਸੇ ਨਾਈ ਦਾ ਹੱਥ ਲਾ ਕੇ ਸਲਾਈਆਂ ਨੂੰ ਸੇਕ ਸੂਕ ਲਵਾ ਕੇ ਕੁੰਡਲ ਆਦਿਕ ਪਾਉਣੇ ਜਾਂ ਕੁਛ ਹੋਰ ਕਰਾਉਣਾ, ਇਹ ਬਿਲਕੁਲ ਮਰਿਆਦਾ ਤੋਂ ਉਲਟ ਹੈ। ਜਿਸ ਤਰ੍ਹਾਂ ਸਾਹਿਬਾਂ ਨੇ ਕੇਸ ਦਾੜਾ ਬਖਸ਼ਿਆ, ਉਸੇ ਤਰ੍ਹਾਂ ਹੀ ਇਹਦੀ ਸੇਵਾ ਸੰਭਾਲ ਹੋਣੀ ਚਾਹੀਦੀ ਹੈ। ਮੈਨੂੰ ਸ਼ਹਿਰੀ ਇਹ ਮੁੰਡੇ ਬੜੇ ਚੰਗੇ ਲੱਗਦੇ ਨੇ, ਆ ਜਿਹੜੇ ਜੱਟਾਂ ਦੇ ਆਪਾਂ ਕਹਿੰਦੇ ਵੀ ਜੱਟਾਂ ਦੇ ਮੁੰਡੇ, ਪੇਂਡੂ ਮੁੰਡੇ, ਅਤੇ ਇਹ ਦਾੜੀ ਕਟਾਉਣ ਲੱਗੇ ਕਮੈਂਟ ਨਹੀਂ ਲਾਉਂਦੇ। ਪਰ ਸ਼ਹਿਰੀ ਇਹ ਜਿਹਨਾਂ ਨੂੰ ਆਪਾਂ ਭਾਪੇ ਆਖਦੇ ਹਾਂ ਜਾਂ ਕੁਛ ਹੋਰ ਸ਼ੇਡ ਪਾਉਂਦੇ ਆ, ਉਹ ਮੁੰਡੇ ਬੰਨ੍ਹ ਤਾਂ ਲੈਂਦੇ ਨੇ, ਆਪਦੀ ਜੂੜੀ ਜੀ ਦੇ ਉੱਪਰ ਪਟਕੀ ਜੀ ਤਾਂ ਕਰ ਲੈਂਦੇ ਨੇ, ਪਰ ਨਾ ਤਾਂ ਉਹ ਜੂੜਾ ਬਣਾਉਂਦੇ, ਨਾ ਦਾੜੀ ਨੂੰ ਆਪਦੀ ਕੈਂਚੀ ਜਾਂ ਬਲੇਡ ਲਵਾਉਂਦੇ। ਮਜ਼ਾਲ ਆ ਜੰਮੂ ਦੇ ਮੁੰਡੇ ਪਟਕੀਆਂ ਜੀਆਂ ਦਾੜੀਆਂ ਉਹਨਾਂ ਬੰਨੀਆਂ ਹੋਣਗੀਆਂ, ਪਰ ਕਟਾਉਂਦੇ ਨਹੀਂ ਹਨ। ਜਿਹੜਾ ਕਟਾ ਦੇ ਉਹਨੂੰ ਆਪਦੇ ਪੰਥ 'ਚੋਂ ਛੇਕ ਦਿੰਦੇ ਨੇ। ਜੰਮੂ ਦਾ ਕੋਈ ਵੀ ਸਿੱਖ ਮੁੰਡਾ ਦਾੜੀ ਕੇਸ ਨਹੀਂ ਕਟਾ ਸਕਦਾ, ਜਿਹੜਾ ਕਟਾਊਗਾ ਕਹਿੰਦੇ ਵੀ ਉਹ ਸਿੱਖੀ 'ਚੋਂ ਖਾਰਜ, ਕੋਈ ਰਿਸ਼ਤਾ ਨਹੀਂ ਉਹਦਾ, ਅਤੇ ਕੋਈ ਉਹਨੂੰ ਬੁਲਾਉਣਾ ਨਹੀਂ, ਚਲਾਉਣਾ ਨਹੀਂ, ਕੋਈ ਸੰਗਤ ਨਹੀਂ। ਸਿੱਖਾਂ ਦੀ ਕੁੜੀ ਦੀ ਇਹ ਨਿਸ਼ਾਨੀ ਹੈ ਵੀ ਰਕਸ਼ੇ ਜਾਂਦੀ ਰਾਹ ਦੇ ਵਿੱਚ ਵੀ ਕੋਈ ਵੀ ਉਹਨੂੰ ਕਹਿ ਸਕਦਾ ਵੀ ਤੂੰ ਸਿਰ 'ਤੇ ਚੁੰਨੀ ਲੈ। ਹਿੰਦੂ ਲੜਕੀ ਦੀ ਇਹ ਨਿਸ਼ਾਨੀ ਹੋ ਵੀ ਉਹਦਾ ਸਿਰ ਨੰਗਾ ਹੋਊਗਾ, ਕੇਸ ਤਾਂ ਸਾਰੀਆਂ ਲੜਕੀਆਂ ਰੱਖਦੀਆਂ, ਪਰ ਸਿੱਖ ਲੜਕੀ ਦੀ ਨਿਸ਼ਾਨੀ ਹੈ ਉਹਦਾ ਸਿਰ ਢੱਕਿਆ ਹੋਊਗਾ। ਮੁਸਲਮਾਨੀਆਂ ਨੇ ਤਾਂ ਬੁਰਕਾ ਜਿਹਾ ਪਾਇਆ ਹੁੰਦਾ ਜਾਂ ਸਕਾਪ ਲਾਇਆ ਹੁੰਦਾ। ਇਹ ਜੰਮੂ ਦਾ ਕਾਨੂੰਨ ਹੈ ਸਿੱਖਾਂ ਦਾ। ਹਜੂਰ ਸਾਹਿਬ ਵੀ ਤੁਸੀਂ ਕਿਤੇ ਜਾ ਕੇ ਵੇਖੋ, ਜਿੰਨੇ ਮਰਜ਼ੀ ਉਹਨਾਂ 'ਚ ਔਗਣ ਨੇ, ਉਹਨਾਂ ਨੂੰ ਮੈਂ ਬੋਲਣਾ ਨਹੀਂ, ਅਤੇ ਪਰ ਹਜੂਰ ਸਾਹਿਬ ਦਾ ਮੁੰਡਾ ਕੋਈ ਦਾੜੀ ਨਹੀਂ ਕਟਾਉਂਦਾ ਅਤੇ ਨਾ ਹੀ ਕੇਸ ਕਟਾਊਗਾ। ਸਿੱਖਾਂ ਦਾ ਮੁੰਡਾ ਕਦੀ ਮੋਨਾ ਨਹੀਂ ਹੋਊਗਾ। ਇਸ ਤੋਂ ਇਲਾਵਾ ਬੰਬੇ, ਕਲਕੱਤੇ ਆਦਿਕ ਵੀ ਆਪਾਂ ਵਿਚਰ ਕੇ ਇਹ ਗੱਲ ਵੇਖੀ ਹੈ, ਜਿੰਨੀ ਬਿਮਾਰੀ ਪੰਜਾਬ ਦੇ ਵਿੱਚ ਭੈੜੀ ਪਈ ਹੋਈ ਸਾਡੇ ਮੁੰਡਿਆਂ ਨੂੰ ਦਾੜੀ ਦੀ ਅਤੇ ਸਿਰ ਵਢਾਉਣ ਦੀ, ਉਨੀ ਕਿਤੇ ਵੀ ਨਹੀਂ ਹੈ। ਇੰਗਲੈਂਡ ਦੇ ਮੁੰਡੇ ਸ਼ੌਂਕ ਦੇ ਨਾਲ ਨਿਹੰਗਾਂ ਸਿੰਘਾਂ ਦਾ ਬਾਣਾ ਪਹਿਨਦੇ ਨੇ, ਚੋਲਾ ਆਦਿਕ ਪਾਉਂਦੇ, ਸਿੱਖੀ ਸਰੂਪ ਦੇ ਵਿੱਚ ਆ ਰਹੇ ਹਨ, ਚੜ੍ਹਦੀ ਕਲਾ ਦੇ ਵਿੱਚ। ਕਿਸੇ ਵੀ ਕੰਟਰੀ ਚਲੇ ਜਾਓ, ਗੁਰੂ ਮਹਾਰਾਜ ਦੀ ਕਿਰਪਾ। ਪੰਜਾਬੀ ਮੁੰਡਿਆਂ ਨੇ ਗੰਦ ਪਾਇਆ ਹੋਇਆ, ਮੈਨੂੰ ਮਾਫ ਕਰਨਾ, ਕਿਤੇ ਵੀ ਜਾਂਦੇ ਨੇ ਇਹੀ ਖੱਲਰ ਮਚਾਉਂਦੇ ਨੇ। ਸੋ ਗੁਰੂ ਸਾਹਿਬਾਂ ਦੀ, ਗੁਰੂਆਂ ਪੀਰਾਂ ਦੀ ਧਰਤੀ ਹੈ, ਪਰ ਪਤਾ ਨਹੀਂ ਕਿਉਂ ਮੱਤ ਮਾਰੀ ਹੋਈ ਸਾਡੀ। ਜੇ ਝੂਠ ਹੈ ਤਾਂ ਤੁਸੀਂ ਦੱਸੋ, ਬਚਨ ਦਾ ਸੱਚਾ ਹੀ ਹੈ, ਅਤੇ ਸਾਨੂੰ ਆਪਦੀ ਗਲਤੀ ਮੰਨਣੀ ਪਏਗੀ ਵੀ ਕਿਸ ਸਟੇਜ 'ਤੇ ਆ ਕੇ ਆਪਾਂ ਧੋਖਾ ਖਾ ਰਹੇ ਹਾਂ। ਇਹ ਕਾਰਨ ਕੀ ਹੈ? ਸ਼ਾਇਦ ਰਾਜਨੀਤਿਕ ਬੰਦੇ ਤਾਂ ਨਹੀਂ, ਜਿਹੜੇ ਸਾਨੂੰ ਨਸ਼ਿਆਂ ਆਦਿਕਾਂ ਵਿਸ਼ਿਆਂ ਦੇ ਵਿੱਚ ਪ੍ਰਵਿਰਤ ਕਰਕੇ ਸਿੱਖੀ ਤੋਂ ਦੂਰ ਕਰ ਰਹੇ ਹਨ। ਸਾਡੇ ਗੁਰੂਆਂ ਨੇ ਅੰਮ੍ਰਿਤ ਦੇ ਨਾਲ ਰਹਿਤ ਦਿੱਤੀ ਹੈ, ਹੁੱਕਾ ਨਹੀਂ ਪੀਣਾ,
ਹਜਾਮਤ ਨਹੀਂ ਕਰਾਉਣੀ, ਕਿਸੇ ਕਿਸਮ ਦਾ ਮਾਸ ਨਹੀਂ ਖਾਣਾ। ਰਹਿਤਨਾਮਿਆਂ 'ਚ ਹਲਾਲ ਮਾਸ ਦੀ ਮਨਾਹੀ ਆਈ ਹੈ, ਪਰ ਝਟਕਾ ਅੱਖਰ ਕਿਤੇ ਵੀ ਨਹੀਂ ਆਇਆ, ਨਾ ਬਾਣੀ ਵਿੱਚ ਨਾ ਰਹਿਤਨਾਮਿਆਂ 'ਚ। ਉਹ ਅਸੀਂ ਆਪ ਦੀ ਮਰਜ਼ੀ ਨਾਲ ਝਟਕਾ ਬਣਾ ਲਿਆ। ਤੋ ਕਿਸੇ ਵੀ ਕਿਸਮ ਦਾ ਝਟਕਾ ਜਾਂ ਹਲਾਲ ਮਾਸ ਖਾਣ ਦੀ ਮਨਾਹੀ ਹੈ। ਹਰਾਮ ਪਰਾਇਆ ਤਨ, ਉਹਦੇ ਨਜ਼ਦੀਕ ਨਹੀਂ ਜਾਣਾ, 5 ਫੁੱਟ ਦੂਰ ਰਹਿ ਕੇ ਗੱਲ ਕਰਨੀ, ਅਤੇ ਕਿਸੇ ਨੂੰ ਟੱਚ ਨਹੀਂ ਕਰਨਾ। ਆਪਦੇ ਪਰਿਵਾਰ ਤੋਂ ਬਗੈਰ ਕਿਸੇ ਦੇ ਸਿਰ 'ਤੇ ਹੱਥ ਰੱਖ ਕੇ ਪਿਆਰ ਨਹੀਂ ਦੇਣਾ, ਤੋ ਕਿਸੇ ਨੂੰ ਥਾਪੜਾ ਨਹੀਂ ਦੇਣਾ, ਕਿਸੇ ਦੇ ਸਰੀਰ ਨੂੰ ਟੱਚ ਨਹੀਂ ਕਰਨਾ, ਪਰਾਇਆ ਤਨ ਨੂੰ ਛੂਹਣਾ ਨਹੀਂ। ਤੋ ਇਸ ਤਰ੍ਹਾਂ ਹਰਾਮ ਦਾ ਨਾ ਖਾਣਾ ਨਾ ਭੋਗਣਾ, ਅਤੇ ਨਾ ਹੀ ਬੁਰੀ ਨਿਗਾਹ ਦੇ ਨਾਲ ਦੇਖਣਾ। ਇਹ ਚੌਥੀ ਬਚਰ ਕਰੇ ਤੋਂ ਬਚ ਕੇ ਰਹਿਣਾ। ਅਤੇ ਪੰਜਵੀਂ ਸ਼ਰਾਬ ਆਦਿਕ ਚਿੱਟਾ ਕਾਲਾ ਜੋ ਵੀ ਨਸ਼ੇ ਹਨ, ਇਹਨਾਂ ਦਾ ਤਿਆਗ ਕਰਨਾ ਹੈ। ਹੁੱਕਾ ਹਜ਼ਾਮਤ ਹਲਾਲੋ ਹਰਾਮ, ਬਾਰਿਸ਼ੇ ਹਿਨਾ ਕਰਦ ਰੁਸਿਆ ਫਾਮ, ਕੜਾ ਕਾਰ ਦੋ ਕਸ਼ ਕੰਗੇ ਬੇਦਾ। ਕੜਾ ਪਹਿਨਣਾ ਸੱਜੇ ਹੱਥ ਵਿੱਚ, ਸਰਬਲੋ ਦਾ ਗੋਲ ਕੜਾ। ਕਰਦ ਸ੍ਰੀ ਸਾਹਿਬ ਕਿਰਪਾਨ ਗਾਤਰੇ ਪਾਉਣੀ, ਡੋਰੀ ਵਾਲੀ ਪ੍ਰਵਾਨਣੀ। ਲੱਕੜ ਦਾ ਕੰਗਾ ਸਾਬਤ ਦੰਦਿਆਂ ਵਾਲਾ, ਇੱਕ ਵੀ ਦੰਦਾ ਟੁੱਟ ਜਾਏ ਉਹਨੂੰ ਬਦਲ ਲੈਣਾ। ਉਹ ਕੇਸਾਂ ਦੇ ਵਿੱਚ ਲਾ ਕੇ ਰੱਖਣਾ, ਕਿਰਪਾਨ ਨਾਲ ਨਹੀਂ ਬੰਨਣਾ ਹੈ, ਜਾਂ ਜੇਬ 'ਚ ਨਹੀਂ ਪਾਈ ਰੱਖਣਾ, ਕੇਸਾਂ 'ਚ ਲਾ ਕੇ ਰੱਖਣਾ। ਅਤੇ ਰੇਬਦਾਰ ਫਿੱਕੇ ਰੰਗ ਦਾ ਜਾਂ ਚਿੱਟੇ ਰੰਗ ਦਾ ਕਛਹਿਰਾ ਪਹਿਨਣਾ ਹੈ। ਤੋ ਕੇਸਾਂ ਨੂੰ ਸਾਬਤ ਸੂਰਤ ਰੱਖਣਾ ਹੈ, ਸਾਬਤ ਸੂਰਤ ਦਸਤਾਰ ਸਿਰਾ। ਇਉਂ 5 ਕਾਰਾਂ ਦੀ ਰਹਿਤ 'ਚ ਪ੍ਰਪੱਕ ਰਹਿਣਾ, 4 ਬਜਰ ਕਰਾਤਾਂ ਤੋਂ ਬਚ ਕੇ ਰਹਿਣਾ। ਅਤੇ ਹੋਰ ਵੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਂ ਨੇ ਸਾਨੂੰ ਹਦਾਇਤਾਂ ਕੀਤੀਆਂ ਨੇ। ਬਾਣੀ ਦੇ ਉਪਦੇਸ਼ ਨੂੰ ਮਨ ਵਿੱਚ ਵਸਾਉਣਾ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਰਹਿਤ ਬਿਨਾ ਨ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਅਪ੍ਰੈਲ ਨੂੰ ਵਿਸਾਖੀ ਆ ਰਹੀ ਹੈ। ਵਿਸਾਖੀ ਵਾਲੇ ਦਿਨ 5 ਪਿਆਰਿਆਂ ਦੀ ਚੋਣ ਕਰਕੇ 10 ਲੱਖ ਦੇ ਇਕੱਠ ਵਿੱਚੋਂ ਉਹਨਾਂ ਦੇ ਸੀਸ ਤਲਵਾਰ ਨਾਲੋਂ ਜੁਦਾ ਕਰਕੇ, ਆਪਦੀ ਆਤਮਿਕ ਸ਼ਕਤੀ ਨਾਲ ਸੁਰਜੀਤ ਕਰਕੇ, ਸਤਲੁਜ ਦਾ ਜਲ ਸਰਬਲੋ ਦੇ ਬਾਟੇ 'ਚ ਪਾ ਕੇ ਅਤੇ ਖੰਡਾ ਫੇਰ ਕੇ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਅਤੇ ਆਨੰਦ ਸਾਹਿਬ 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕਰਨ ਤੋਂ ਉਪਰੰਤ 5 ਪਿਆਰਿਆਂ ਨੂੰ ਛਕਾਇਆ, ਖੁਦ ਆਪ ਛਕ ਕੇ, ਅਤੇ ਗੁਰੂ ਕੀ ਰਹਿਤ ਮਰਿਆਦਾ ਦੀ ਬਖਸ਼ਿਸ਼ ਕੀਤੀ ਹੈ। ਅਤੇ ਆਗਿਆ ਕੀਤੀ ਹੈ ਕਿ ਜਬ ਲਾ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਾਵੇ ਕਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਇਹ ਮਹਾਰਾਜ ਨੇ ਪ੍ਰਤੱਖ ਅੰਮ੍ਰਿਤ ਦੇ ਨਾਲ ਪ੍ਰਤੱਖ ਡਿਸਿਪਲਿਨ ਦਿੱਤਾ, ਰਹਿਤ ਮਰਿਆਦਾ ਦਿੱਤੀ ਹੈ। ਔਰ ਗੁਰਬਾਣੀ ਦੇ ਨਾਮ ਰੂਪੀ ਅੰਮ੍ਰਿਤ ਦੇ ਨਾਲ ਸੰਗਤ ਦੇ ਵਿੱਚ ਸਿਕਸ਼ਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜੋ ਕੁਦਰਤੀ ਸੰਗਤ ਜੁੜਿਆ ਰਹਿੰਦਾ, ਉਹ ਔਗਣਾ ਵਿਕਾਰਾਂ ਤੋਂ ਬਚਿਆ ਰਹਿੰਦਾ। ਇਉਂ ਸਾਧ ਸੰਗਤ ਜੀਓ ਅੰਮ੍ਰਿਤ ਬਾਬਤ ਆਪ ਨੂੰ ਬੇਨਤੀ ਕੀਤੀ ਹੈ। ਤੋ ਮਹਾਰਾਜ ਦਾ ਹੁਕਮ ਹੈ, ਪੀਵੋ ਪਾਹੁਲ ਖੰਡੇ ਧਾਰ, ਹੋਵੇ ਜਨਮ ਸੁਹੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਖੰਡੇ ਬਾਟੀ ਦਾ ਅੰਮ੍ਰਿਤ ਛਕੋ, ਫਿਰ ਅੰਮ੍ਰਿਤ ਨਾਮ ਨਿਧਾਨ ਹੈ। ਬਾਣੀ ਦਾ ਨਾਮ ਦਾ ਅੰਮ੍ਰਿਤ ਗੁਣਾਂ ਦਾ ਖਜ਼ਾਨਾ ਹੈ। ਮਿਲ ਪੀਵੋ ਭਾਈ, ਸੰਗਤ ਵਿੱਚ ਮਿਲ ਕੇ ਇਹ ਮੇਰੇ ਭਰਾਵੋ ਇਹਨੂੰ ਪੀਣਾ ਕਰੋ। ਜੇ ਸਿਮਰਤ ਸੁਖ ਪਾਈ ਹੈ, ਪੀਣਾ ਕੀ ਹੈ? ਸਿਮਰਨ ਕਰਨਾ ਹੈ। ਸਭ ਤਿਖਾ ਬੁਝਾਈ, ਜਿਸ ਨਾਲ ਸਾਰੀ ਪਿਆਸ ਬੁਝ ਜਾਂਦੀ ਹੈ। ਇਉਂ ਸਤਿਗੁਰੂ ਮਹਾਰਾਜ ਫਰਮਾਨ ਕਰਦੇ ਹਨ। ਸੁਰ ਨਰ ਮਨ ਜਨ ਸੁਰ ਨਰ ਮਨ ਅੰਮ੍ਰਿਤ ਖੋਜਦੇ। ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ। ਸੁਰ ਦੇਵਤੇ, ਨਰ ਪੁਰਖ ਤੇ ਮੁਨੀ ਪੁਰਖ, ਦੇਵੀ ਸੰਪਦਾ ਵਾਲੇ ਪੁਰਖ, ਰਾਜਸੀ ਸੁਭਾਅ ਵਾਲੇ, ਮੰਨਣਸ਼ੀਲ ਲੋਕ ਤੇ ਭਗਤ ਜਨ ਜਿਸ ਅੰਮ੍ਰਿਤ ਨੂੰ 4 ਯੁੱਗਾਂ ਵਿੱਚ ਲੱਭਦੇ ਆ ਰਹੇ ਹਨ। ਸੋ ਅੰਮ੍ਰਿਤ ਗੁਰ ਤੇ ਪਾਇਆ। ਉਹ ਪ੍ਰਤੱਖ ਖੰਡੇ ਬਾਟੇ ਦਾ ਅੰਮ੍ਰਿਤ ਜਾਂ ਨਾਮ ਰੂਪੀ ਅੰਮ੍ਰਿਤ, ਅਪਰੋਹ ਗਿਆਨ ਰੂਪੀ ਜਾਂ ਬ੍ਰਹਮਾਨੰਦ ਰੂਪੀ ਅੰਮ੍ਰਿਤ ਪੂਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਆਪਾਂ ਨੇ ਪਾਉਣਾ ਕੀਤਾ।
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਪਾਉਣਾ ਕੀਤਾ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ। ਜਦ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਤਦ ਨਾਮ ਅੰਮ੍ਰਿਤ, ਗਿਆਨ ਅੰਮ੍ਰਿਤ, ਬ੍ਰਹਮਾਨੰਦ ਰੂਪੀ ਅੰਮ੍ਰਿਤ ਪ੍ਰਾਪਤ ਕੀਤਾ ਹੈ ਸੱਚਾ ਮਨ ਵਸਾਇਆ। ਅਤੇ ਸਤਿ ਸਰੂਪ ਪਰਮੇਸ਼ਰ ਨੂੰ ਮਨ ਵਿੱਚ ਹਿਰਦੇ ਵਿੱਚ ਵਸਾਇਆ ਹੈ। ਜੀ ਜੰਤ ਸਭ ਤੁਧੇ ਪਾਏ। ਇਹ ਪਰਮੇਸ਼ਰ ਜੀਵ ਸਥੂਲ ਜੀਵ ਤੇ ਜੰਤ ਸੂਖਮ ਜੀਵ ਇਤਿਆਦਿਕ ਸਾਰੇ ਤੂੰ ਹੀ ਪੈਦਾ ਕੀਤੇ ਹਨ। ਇਕ ਵੇਖ ਪਰਸਨ ਆਇਆ। ਤੇ ਤੂੰ ਸਭ ਤੋਂ ਵੱਡਾ ਤੇ ਸਭਨਾਂ ਦਾ ਸੁਆਮੀ ਹੈ। ਇਸ ਕਰਕੇ ਸਭਨਾਂ ਥਾਵਾਂ ਵਿੱਚ ਇੱਕੋ ਤੈਨੂੰ ਵਿਆਪਕ ਵੇਖ ਕੇ ਤੇਰੇ ਸ਼ਰਨ ਪਰਸਨ ਛੂਹਣ ਨੂੰ ਮੈਂ ਆਇਆ ਹਾਂ। ਇਸੇ ਪ੍ਰਕਾਰ ਇਕ ਵੇਖ ਪਰਸਨ ਆਇਆ। ਇੱਕ ਨਾ ਗੁਰਮੁਖ ਜਨਾਂ ਨੇ ਤਾਂ ਤੇਰੇ ਸਰੂਪ ਨੂੰ ਦੇਖ ਲਿਆ ਤੇ ਇੱਕ ਜਗਿਆਸੂ ਜਨ ਗੁਰਾਂ ਦੇ ਚਰਨਾਂ ਨੂੰ ਸਪਰਸ਼ ਕਰਨ ਵਾਸਤੇ ਆਏ ਹਨ ਤੇ ਉਹਨਾਂ ਦਾ ਸੰਸਾਰ 'ਤੇ ਆਇਆ ਹੋਇਆ ਸਫਲ ਹੈ। ਇਸੇ ਪ੍ਰਕਾਰ ਇਕ ਵੇਖ ਪਰਸਨ ਆਇਆ। ਜਿਨ੍ਹਾਂ ਇਕਨਾਂ ਨੇ ਤੇਰੇ ਸਰਗੁਣ ਸਰੂਪ ਨੂੰ ਵੇਖਿਆ ਉਹ ਤੇਰੇ ਨਿਰਗੁਣ ਸਰੂਪ ਦੇ ਵਿੱਚ ਮਿਲੇ ਹੋਏ ਹਨ। ਉਹਨਾਂ ਦਾ ਮਨੁੱਖਾ ਜਨਮ ਧਾਰ ਕੇ ਆਉਣਾ ਸਫਲ ਹੈ। ਆਇਆ ਸਫਲ ਤਾਹੂ ਕੋ ਗਣੀਐ, ਜਾਸ ਰਸਨ ਹਰ ਹਰ ਜਸ ਬਣੀਐ। ਸੋ ਸਫਲ ਸਫਲ ਭਈ ਸਫਲ ਯਾਤਰਾ ਆਮਣ ਜਾਣ ਰਹੇ ਮਿਲੇ ਸਾਧਾ। ਲੱਭ ਲੋਭ ਅਹੰਕਾਰ ਚੁੱਕਾਂ। ਖਾਣ ਦਾ ਲੱਭ ਤੇ ਪਦਾਰਥਾਂ ਦੇ ਜੋੜਨ ਦਾ ਲੋਭ ਤੇ ਸਾਧਨਾਂ ਦਾ ਹੰਕਾਰ ਇਹ ਹੁਣ ਚੁੱਕਿਆ ਗਿਆ, ਸੋ ਦੂਰ ਹੋ ਗਿਆ ਹੈ। ਸਤਿਗੁਰੂ ਭਲਾ ਪਾਇਆ। ਅਤੇ ਸਤਿਗੁਰੂ ਦਾ ਉਪਦੇਸ਼ ਚੰਗਾ ਭਾ ਗਿਆ ਹੈ। ਜਾਂ ਜਿਨ੍ਹਾਂ ਨੂੰ ਸ੍ਰੇਸ਼ਟ ਬ੍ਰਹਮ ਸਰੋਤਰੀ ਸਤਿਗੁਰੂ ਜੀ ਮਿਲੇ ਨੇ ਉਹਨਾਂ ਦੇ ਹਿਰਦੇ ਵਿੱਚ ਗੁਰਾਂ ਨੇ ਸੱਚ ਸਰੂਪ ਦਾ ਪ੍ਰਕਾਸ਼ ਕਰ ਦਿੱਤਾ ਹੈ। ਜਾਂ ਇਸੇ ਪ੍ਰਕਾਰ ਸਤਿਗੁਰੂ ਭਲਾ ਪਾਇਆ। ਜਿਨ੍ਹਾਂ ਨੂੰ ਸਤਿਗੁਰਾਂ ਦਾ ਭਾਣਾ ਭਾ ਗਿਆ ਉਹਨਾਂ ਦਾ ਸਤਿਗੁਰਾਂ ਨੇ ਚੰਗਾ ਜੀਵਨ ਬਣਾ ਦਿੱਤਾ ਹੈ। ਕਹੈ ਨਾਨਕ ਜਸਨੁ ਆਪ ਤੁਠਾ। ਸਤਿਗੁਰੂ ਜੀ ਕਹਿੰਦੇ ਹਨ ਕਿ ਜਿਸ ਪੁਰਖ ਤੇ ਪਰਮੇਸ਼ਰ ਆਪ ਪ੍ਰਸੰਨ ਹੋਇਆ ਹੈ ਨੇ ਅੰਮ੍ਰਿਤ ਗੁਰ ਤੇ ਪਾਇਆ। ਤੇ ਇਸ ਪੁਰਖ ਨੇ ਨਾਮ ਅੰਮ੍ਰਿਤ, ਗਿਆਨ ਅੰਮ੍ਰਿਤ, ਬ੍ਰਹਮਾਨੰਦ ਰੂਪੀ ਅੰਮ੍ਰਿਤ ਸਤਿਗੁਰੂ ਤੋਂ ਪਾਉਣਾ ਕੀਤਾ ਹੈ। ਪ੍ਰਤੱਖ ਅੰਮ੍ਰਿਤ ਦੀ ਦਾਤ ਵੀ ਉਹਨੂੰ ਹੀ ਮਿਲੀ ਹੈ ਜਿਹਦੇ ਤੇ ਸਤਿਗੁਰੂ ਜੀ ਆਪ ਪ੍ਰਸੰਨ ਹੋਏ ਹਨ। ਜਿਵੇਂ ਭਾਈ ਦਾਨ ਜੀ, ਸੋ ਜਿਹੜੇ ਬਾਅਦ ਵਿੱਚ ਸਿੰਘ ਬਣੇ ਭਾਈ ਦਾਨ ਸਿੰਘ, ਮਾਲਵੇ ਦੇ ਵੀ ਰਹਿਣ ਵਾਲੇ ਸਨ, ਬੜੇ ਭੋਲੇ ਭਾਲੇ ਗੁਰਸਿੱਖ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ, ਕਹਿਣ ਲੱਗੇ ਜੀ ਸਿੱਖੀ ਬਖਸ਼ੋ। ਸਤਿਗੁਰੂ ਜੀ ਕਹਿੰਦੇ ਤੇਰਾ ਮੂੰਹ ਤੰਬਾਕੂ ਨਾਲ ਲਿਬੜਿਆ ਹੋਇਆ ਹੈ, ਪਹਿਲਾਂ ਤੰਬਾਕੂ ਛੱਡ। ਕਹਿੰਦਾ ਜੀ ਜੇ ਨਾ ਖਾਵਾਂ ਤਾਂ ਫਰੇਵਾ ਹੋ ਜਾਂਦਾ। ਮਾਰੇ ਕਹਿੰਦੇ ਤੂੰ ਸਾਡਾ ਬਚਨ ਮੰਨ ਕੇ ਤੰਬਾਕੂ ਛੱਡ ਦੇ, ਤੈਨੂੰ ਫਰੇਵਾ ਨਹੀਂ ਹੋਵੇਗਾ। ਕਹਿੰਦਾ ਜੀ ਸਤ ਬਚਨ, ਫਿਰ ਮੈਂ ਕਿਉਂ ਖਾਵਾਂਗਾ। ਉਹਨੇ ਤੰਬਾਕੂ ਛੱਡ ਦਿੱਤਾ, ਉਹ ਤੰਦਰੁਸਤ ਹੋ ਗਿਆ। ਤੇ ਫਿਰ ਕਹਿੰਦਾ ਜੀ ਹੁਣ ਸਿੱਖੀ ਬਖਸ਼ੋ। ਸਤਿਗੁਰੂ ਜੀ ਕਹਿੰਦੇ ਵੀ ਸਿਰ ਤਾਂ ਤੇਰਾ ਮੋਨਾ ਭਾਈ, ਮੋਨੇ ਸਿੱਖ ਨਹੀਂ ਆਪਾਂ ਬਣਾਉਂਦੇ, ਪਹਿਲਾਂ ਜੂੜਾ ਰੱਖ। ਕਹਿੰਦਾ ਜੀ ਇਹਦਾ ਕੀ ਮਤਲਬ ਹੋਇਆ, ਕੇਸ ਰੱਖਣ ਦਾ ਕੀ ਲਾਭ ਹੈ ਜੀ। ਮਹਾਰਾਜ ਕਹਿੰਦੇ ਇਹ ਸਾਡੇ ਸਿੱਖ ਦੀ ਨਿਸ਼ਾਨੀ ਹੈ। ਤੇ ਪਹਿਲੀ ਗੱਲ ਤਾਂ ਸਿੱਖ ਨਰਕਾਂ 'ਚ ਪੈਂਦਾ ਨਹੀਂ। ਜੇ ਕਿਤੇ ਆਪ ਦੀ ਗਲਤੀ ਕਰਕੇ ਨਰਕਾਂ 'ਚ ਪੈ ਵੀ ਜਾਏ ਤੇ ਅਸੀਂ ਕੇਸਾਂ ਤੋਂ ਪਹਿਚਾਣ ਕੇ ਕਾਢੀ ਨਰਕ ਤੇ ਤੂੰ ਉਹਨੂੰ ਬਾਂਹ ਤੋਂ ਫੜ ਕੇ, ਕੇਸਾਂ ਤੋਂ ਫੜ ਕੇ ਨਹੀਂ। ਕੇਸ ਗੁਰੂ ਕੀ ਮੋਹਰ ਪਹਿਚਾਨਾ, ਇੱਕ ਵਾਰ ਮੈਂ ਤੁਮ ਬੋਲਤਾ
ਉਹ ਨਿਆਣਿਆਂ ਨੂੰ ਕੀ ਪਤਾ ਹੁੰਦਾ। ਅਤੇ ਦਾੜੀ ਮੁੱਛ ਨਹੀਂ ਸੀ ਉਦੋਂ ਦੀ ਆਈ ਜਦੋਂ ਦੀ ਮਹਾਂਪੁਰਖਾਂ ਨੇ ਕਿਰਪਾ ਕੀਤੀ, ਬੋਲਣ ਦੀ ਜਾਚ ਸਿਖਾਈ ਹੈ ਤਾਂ ਨਿਆਣੇ ਬੱਚੇ ਹੀ ਸੀ। ਹੁਣ ਵੀ ਸੰਗਤ ਵੱਡੀ ਉਮਰ ਵਾਲੀ ਸੁਣਦੀ ਹੈ। ਅਤੇ ਮਹਾਂਪੁਰਖ ਕਹਿਣ ਲੱਗੇ ਵੀ ਤੂੰ ਇਹ ਕਿੱਥੋਂ ਸਿੱਖਿਆ ਬਈ, ਤੈਨੂੰ ਪਤਾ ਵੀ ਗੁਰੂ ਗੋਬਿੰਦ ਸਿੰਘ ਨੇ ਕੇਸਾਂ ਤੋਂ ਫੜਿਆ? ਮੈਂ ਕਿਹਾ ਜੀ ਬਾਣੀ 'ਚ ਲਿਖਿਆ ਹੋਇਆ। ਕਹਿੰਦਾ ਇਹ ਤਾਂ ਨਹੀਂ ਲਿਖਿਆ, ਕੇਸਾਂ ਤੋਂ ਫੜ ਕੇ ਕੱਢਦੇ ਨੇ। ਕਾਢੀ ਨਰਕ ਤੇ ਧੂ, ਕੇਸਾਂ ਤੋਂ ਪਹਿਚਾਣਦੇ ਨੇ ਵੀ ਸਾਡਾ ਸਿੱਖ ਹੈ। ਇਹ ਨਹੀਂ ਵੀ ਸਿਰ ਦੇ ਵਾਲਾਂ ਤੋਂ ਫੜ ਕੇ ਧੂ ਕੇ ਬਾਹਰ ਕੱਢਦੇ, ਬਿਲਕੁਲ ਨਹੀਂ। ਜੇ ਗੁਰੂ ਸਾਹਿਬ ਬੇਅਦਬੀ ਕਰਨ ਫਿਰ ਸਤਿਕਾਰ ਕਿੱਥੇ ਹੋਊਗਾ? ਕਿਸੇ ਵੀ ਦਾੜੀ ਕੇਸ ਵਾਲੇ ਸਿੱਖ ਦੇ ਵਾਲਾਂ ਨੂੰ ਹੱਥ ਪਾਉਣਾ ਸਭ ਤੋਂ ਵੱਡਾ ਪਾਪ, ਬੱਜਰ ਕੁਰੈਤ ਅਤੇ ਗੁਨਾਹ ਹੈ। ਕੋਈ ਵੀ ਵੱਡੇ ਤੋਂ ਵੱਡਾ ਹੋਏ ਉਹਨੂੰ ਆਪਾਂ ਮੂੰਹ 'ਤੇ ਝਾੜ ਦੇਈਦਾ ਵੀ ਤੇਰੀ ਗਲਤੀ, ਤੂੰ ਰੋਂਗ ਹੈ ਭਾਈ, ਜਿੰਨਾ ਮਰਜ਼ੀ ਤੂੰ ਅਹੁਦੇਦਾਰ ਹੈ, ਪਰ ਤੂੰ ਸਿੰਘ ਦੇ ਸਿਰ ਦੇ ਵਾਲਾਂ ਤੋਂ ਨਹੀਂ ਫੜ ਸਕਦਾ। ਮੂੰਹ ਦੇ ਨਾਲ ਜੋ ਵੀ ਆਪਾਂ ਲੜਾਈ ਝਗੜਾ ਕਰ ਸਕਦੇ ਹਾਂ, ਹੱਥੋਂ ਪਾਈ ਵੀ ਹੋ ਸਕਦੀ ਹੈ, ਪਰ ਸਿੱਖ ਦੀ ਪੱਗ ਨੂੰ ਹੱਥ ਪਾਉਣਾ ਸਿੱਖ ਹੋ ਕੇ, ਇਹ ਤਾਂ ਮੁਸਲਮਾਨ ਹੀ ਹੋ ਗਏ। ਮੁਸਲਮਾਨ ਵੀ ਤਾਂ ਇੰਝ ਹੀ ਕਰਦੇ ਸੀਗੇ। ਫਿਰ ਸਾਡੇ ਸਿੱਖ ਹੋਣ ਦਾ ਫਾਇਦਾ ਕੀ ਹੈ? ਤੈਨੂੰ ਨਾ ਹੀ ਜੰਮਦੇ ਤਾਂ ਚੰਗਾ ਸੀਗਾ। ਆਪਾਂ ਤਾਂ ਇਹ ਗੱਲ ਸਿਖਾਉਣੀ ਹੈ ਭਾਈ, ਪੱਗਾਂ ਬੰਨੋ, ਕੇਸ ਦਾੜੇ ਸਾਬਤ ਰੱਖੋ। ਜੇ ਅਸੀਂ ਸਿੱਖਾਂ ਦੇ ਕੇਸਾਂ ਦੀ ਬੇਅਦਬੀ ਕਰਾਂਗੇ, ਠੀਕ, ਅਗਲੇ ਨੇ ਗਲਤੀ ਕਰ ਦਿੱਤੀ ਹੈ, ਇਹ ਥੋੜ੍ਹਾ ਵੀ ਉਹਦੇ ਵਾਲਾਂ ਤੋਂ ਹੀ ਫੜ ਲਓ। ਬਿਲਕੁਲ ਵੱਡੀ ਮੂਰਖਤਾ, ਬੱਜਰ ਕੁਰੈਤ, ਪਾਪੀ ਬੰਦਾ ਉਹ। ਜਿੰਨੀ ਵੀ ਸਖਤ ਤੋਂ ਸਖਤ ਸਜ਼ਾ ਹੋਵੇ ਉਹਨੂੰ ਮਿਲਣੀ ਚਾਹੀਦੀ ਹੈ, ਔਰ ਮਿਲਣੀ ਵੀ ਅਕਾਲ ਤਖਤ ਤੋਂ ਚਾਹੀਦੀ ਹੈ। ਵੀ ਤੂੰ ਸਿਰ ਦੇ ਵਾਲਾਂ ਨੂੰ ਕਿਉਂ ਪਿਆ ਭਾਈ? ਸਿੱਖ ਦੇ ਕੇਸਾਂ ਦੀ ਬੇਅਦਬੀ ਕਿਉਂ ਕੀਤੀ? ਕਿਉਂਕਿ ਵਾਲ ਸਾਡੇ ਆਪਣੇ ਨਹੀਂ। ਕੇਸ ਗੁਰੂ ਕੀ ਮੋਹਰ ਪਹਿਚਾਨਾ, ਗੁਰਸਮ ਅਦਬ ਕੇਸ ਕੋ ਠਾਨਾ। ਮੈਂ ਪਤਾ ਨਹੀਂ 15 ਵਾਰ ਜਹਾਜ਼ੇ ਚੜ੍ਹਿਆ, ਔਰ ਕਿਰਪਾਨ ਮੇਰੇ ਨਾਲ ਹੁੰਦੀ ਹੈ। ਸ੍ਰੀ ਸਾਹਿਬ ਗਾਤਰੇ ਵਾਲੀ ਤਾਂ ਉਹਨਾਂ ਦੇ ਸਾਹਮਣੇ ਲਾ ਦੇਈਦੀ ਵੀ ਤਲਾਸ਼ੀ ਬਹੁਤੀ ਸਖਤ ਨਾ ਹੋਵੇ। ਅਤੇ ਸਾਨੂੰ ਉਸਤਾਦ ਨੇ ਸਿੱਖਿਆ ਦਿੱਤੀ ਵੀ ਪੱਗ ਦੇ ਵਿੱਚ ਕਿਰਪਾਨ ਨਹੀਂ ਰੱਖਣੀ ਹੈ, ਕਿਉਂਕਿ ਜਿਹਦੀ ਵੀ ਪੱਗ ਵਿੱਚੋਂ ਕਿਰਪਾਨ ਮਿਲ ਗਈ ਉਹ ਸਾਰਿਆਂ ਦੀਆਂ ਪੱਗਾਂ ਲਵਾਉਣਗੇ ਏਅਰਪੋਰਟ 'ਤੇ। ਮਤਲਬ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਉਹੋ ਜਿਹੇ ਕੰਮ ਕਰੀਏ ਜਿਹੜਾ ਕੋਈ ਬੰਦਾ ਗੈਰ ਮਨੁੱਖ, ਆਪਣਾ ਗੈਰ ਸਿੱਖ ਸਾਡੀ ਪੱਗ ਨੂੰ ਹੱਥ ਨਾ ਪਾਏ। ਉਹੋ ਜਿਹੇ ਕੰਮ ਕਰੀਏ, ਉਹੋ ਜਿਹਾ ਜੀਵਨ ਬਣਾਈਏ ਵੀ ਸਾਡੀ ਪੱਗ ਨੂੰ ਹੱਥ ਨਾ ਪਏ। ਔਰ ਗੁਰੂ ਸਾਹਿਬ ਦੇ ਚਰਨਾਂ 'ਚ ਇਹੀ ਅਰਦਾਸ ਹੋਵੇ। ਕਿਰਪਾਨ ਪਾਈ ਦੀ ਆ ਆਪਣਾ ਗਲ ਦੇ ਵਿੱਚ। ਜੇ ਅਗਲਾ ਵੇਖ ਲਏ, ਕਈ ਵਾਰੀ ਵੇਖੀ ਵੀ ਉਹਨਾਂ ਨੇ, ਉਹਨਾਂ ਨੂੰ ਕਹਿ ਦਈਦਾ ਵੀ ਸਾਡਾ ਮਹਾਰਾਜ ਦਾ ਬਖਸ਼ਿਆ ਹੋਇਆ ਕਕਾਰ ਹੈ ਭਾਈ, ਇਹ ਕੋਈ ਚੋਰੀ ਥੋੜ੍ਹੋ ਆ। ਗਲ ਦੇ ਵਿੱਚ ਤੁਸੀਂ ਵੀ ਤਾਂ ਪਾਉਂਦੇ ਹੀ ਹੋ ਕਰੋਸ, ਅਤੇ ਇਹ ਕੋਈ ਗਲਤੀ ਨਹੀਂ ਹੈ। ਬੜੀ ਮੁਸ਼ਕਿਲ ਮਨਾਇਆ ਵੀ ਹੈ 2-3 ਵਾਰ। ਤੋ ਇਸ ਵਾਸਤੇ ਕਹਿਣ ਤੋਂ ਮੁਰਾਦ ਇਹ ਹੈ ਵੀ ਇੱਜ਼ਤ ਵੈਸੇ ਇਨਸਾਨ ਦੇ ਆਪਣੇ ਹੱਥ ਹੈ। ਵੈਸੇ ਬਚਨ ਨਾ ਬੋਲੀਏ, ਵੈਸਾ ਸੋ ਜੀਵਨ ਦੇ ਵਿੱਚ ਕੋਈ ਇਹੋ ਜਿਹਾ ਕਾਰਜ ਨਾ ਕਰੀਏ ਜਿਸ ਕਰਕੇ ਕਿ ਸਾਡੇ ਕੇਸਾਂ ਦੀ ਬੇਅਦਬੀ ਹੋਵੇ। ਸਤਿਗੁਰੂ ਰਹਿਮਤ ਕਰਨ, ਮਿੱਠਾ ਬੋਲਣ, ਨਿਵ ਚੱਲਣ, ਹੱਥੋਂ ਦੇ ਕੇ ਭਲਾ ਮਨਾਏ। ਮੈਂ ਬੇਨਤੀ ਕਰ ਰਿਹਾ ਸੀ, ਹੇ ਭਾਈ ਦਾਨ ਸਿੰਘ ਜੀ, ਸਿੱਖ ਨੂੰ ਆਪਾਂ ਕੇਸਾਂ ਤੋਂ ਪਹਿਚਾਣ ਕੇ ਅਤੇ ਬਾਂਹ ਤੋਂ ਪਕੜ ਕੇ ਨਰਕਾਂ ਦੇ ਵਿੱਚ ਪਏ ਹੋਏ ਨੂੰ ਧੂ ਕੇ ਬਾਹਰ ਕੱਢ ਲੈਂਦੇ ਆ। ਇਹਨੇ ਦਾੜਾ ਹੱਥ 'ਚ ਫੜਿਆ, ਕਹਿੰਦਾ ਜੀ ਆਹ ਵੇਖੋ ਮੇਰਾ ਦਾੜਾ ਤਾਂ ਹੈ, ਤੁਸੀਂ ਦਾੜੇ ਤੋਂ ਮੈਨੂੰ ਪਹਿਚਾਣ ਲਿਓ। ਮਹਾਰਾਜ ਹੱਸ ਕੇ ਕਹਿਣ ਲੱਗੇ ਤੂੰ ਬੜਾ ਭੋਲਾ ਹੈ, ਅਤੇ ਦਾੜੇ ਤੋਂ ਫੜਿਆ ਤਾਂ ਬੰਦਾ ਠਾਹ ਨੂੰ ਹੀ ਜਾਊਗਾ। ਅਤੇ ਦਾੜੀ ਤਾਂ ਵੇਖ ਲਓ ਮੁਸਲਮਾਨ ਵੀ ਰੱਖਦੇ ਨੇ। ਅੱਜ ਜਦੋਂ ਲਦੇਨ ਦਾ ਚੱਕਰ ਚੱਲਿਆ, ਮੈਂ ਤਾਂ ਚਿੱਟੀ ਪੱਗ ਬੰਨ੍ਹਣੀ ਬੰਦ ਕਰ ਦਿੱਤੀ। ਇੰਗਲੈਂਡ 'ਚ ਸੀਗਾ ਉਦੋਂ, ਫੋਨ ਕਰਨਾ ਹੁੰਦਾ ਅਤੇ ਡਾਕਖਾਨੇ 'ਚੋਂ ਕਾਰਡ ਮਿਲਦਾ ਸੀਗਾ। ਸਿੰਘਾਂ ਨੇ ਰੋਕਿਆ ਵੀ ਤੁਸੀਂ ਗੁਰਦੁਆਰੇ ਤੋਂ ਬਾਹਰ ਨਹੀਂ ਜਾਣਾ, ਕਿਉਂਕਿ ਇੰਨਾ ਵੱਡਾ ਚੱਕਰ ਚੱਲਿਆ ਹੋਇਆ ਸੀ। ਉਹ ਜਿੰਨੇ ਵੀ ਚਿੱਟੀ ਪੱਗ ਬੰਨ੍ਹੀ ਅਤੇ ਦਾੜੀ ਰੱਖੀ ਹੋਣੀ, ਅਤੇ ਮੂਰਖ ਗੋਰੇ ਸਿਆਣਿਆਂ ਨੂੰ ਤਾਂ ਪਤਾ ਵੀ ਆਹ ਸਿੱਖ ਹੈ ਮੁਸਲਮਾਨ, ਉਹ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਉਹਨਾਂ ਦੇ ਫਾਈਟ ਕਰਦੇ, ਕਈ ਹਮਲੇ ਹੋਏ। ਮਤਲਬ ਦਾੜੀ ਜਿਹੜੀ ਹੈ, ਕੱਲੀ ਦਾੜੀ, ਉਹੀ ਸਿੱਖ ਦੀ ਪਹਿਚਾਣ ਨਹੀਂ ਹੈ। ਦਾੜੀ ਮੁਸਲਮਾਨ ਵੀ ਰੱਖਦਾ ਹੈ,
ਉਹ ਆਪਦੀਆਂ ਲੱਭਾਂ ਘਟਾਉਂਦਾ, ਮੁੱਛਾਂ ਕਟਾ ਦਿੰਦਾ, ਪਰ ਦਾੜੀ ਰੱਖਦੇ ਨੇ ਮੁਸਲਮਾਨ। ਫਿਰ ਸਿਰ ਉਹਨਾਂ ਵਢਾਇਆ ਹੋਊਗਾ, ਜੂੜਾ ਨਹੀਂ ਰੱਖਿਆ ਹੋਊਗਾ, ਸਿਰੋਂ ਮੋਨੇ ਹੋਣਗੇ, ਦਾੜੀ ਰੱਖੀ ਹੋਊਗੀ। ਮਤਲਬ ਸੰਪੂਰਨ ਜਿਹੜੀ ਹੈ ਕੇਸਾਂ ਦਾੜੇ ਸਮੇਤ ਸਿੱਖ ਦੀ ਪਹਿਚਾਣ ਹੈ। ਮਹਾਰਾਜ ਕਹਿੰਦੇ ਜੇ ਤੂੰ ਨਹੀਂ ਮੰਨਦਾ ਤੈਨੂੰ ਦਿਖਾ ਦਿੰਦੇ ਆ। ਕਹਿੰਦੇ ਜੀ ਦਿਖਾਓ। ਸਤਿਗੁਰੂ ਜੀ ਕਹਿੰਦੇ ਅੱਖਾਂ ਬੰਦ ਕਰ। ਉਹਦੇ ਨੇਤਰ ਬੰਦ ਕਰਾਏ ਤੇ ਆਪਦੇ ਤੀਰ ਦੀ ਨੋਕ ਉਹਦੇ ਮੱਥੇ ਵਿੱਚ ਲਾਈ ਤੇ ਉਹਨੂੰ ਪਰਲੋਕ ਦਾ ਨਜ਼ਾਰਾ ਵਿਖਾਇਆ। ਮਾਲ ਕੌਂਸੀਏ ਦੀ ਵਾਰ ਦੀ ਪੰਕਤੀ ਹੈ, ਬਿਨ ਕੇਸਾਂ ਸਿਰ ਕੁੱਟੀਆਂ ਝੰਗਾਰੇ ਕੌਣ ਛਡਾਏ ਹੈ। ਸਿਰ ਦੇ ਵਾਲਾਂ ਤੋਂ ਬਗੈਰ ਜਿਹੜੇ ਮਨੁੱਖ ਨਰਕਾਂ ਦੇ ਵਿੱਚ ਪਏ, ਯਮਦੂਤ ਉਖਲੀਆਂ 'ਚੋਂ ਪਾ ਕੇ ਉਹਨਾਂ ਦੇ ਮੋਨੇ ਸਿਰ ਕੁੱਟਦੇ ਨੇ, ਉਹ ਬੜੇ ਝੰਗਾੜ ਦੇ ਵਿਰਲਾਪ ਕਰਦੇ, ਕੋਈ ਛਡਾਉਂਦਾ ਨਹੀਂ ਹੈ। ਤੋ ਇਸ ਲਈ ਗੁਰੂ ਨੇ ਘੋਣ ਖਾਲਸਾ ਨਹੀਂ ਬਣਾਇਆ। ਸਾਬਤ ਸੂਰ ਸਿੱਧਾ ਦਾੜਾ, ਕਾਠ ਕਾ ਗੰਗਾ ਕੇਸੀ ਚਾੜਾ। ਸਾਬਤ ਸੂਰਤ ਵਾਲੇ ਕੇਸਾਧਾਰੀ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਤੇ ਆਪਦੀ ਜਮਾਤ 'ਤੇ ਸ਼ਾਮਲ ਕੀਤਾ। ਆਖੇ ਜੀ ਸਹਿਜਧਾਰੀ। ਸਹਿਜਧਾਰੀ ਦਾ ਮਤਲਬ ਕੀ ਹੈ? ਮੋਨਾ ਸਹਿਜਧਾਰੀ ਨਹੀਂ ਖਵਾ ਸਕਦਾ। ਜਿਹੜਾ ਪੱਗ ਵਾਲਾ, ਜੂੜੇ ਵਾਲਾ, ਦਾੜੇ ਵਾਲਾ ਸਿੰਘ ਅੰਮ੍ਰਿਤ ਤੋਂ ਬਗੈਰ ਹੈ। 10 ਲੱਖ ਦੇ ਇਕੱਠ ਵਿੱਚੋਂ 20,000 ਨੇ ਅੰਮ੍ਰਿਤ ਪਾਨ ਕੀਤਾ ਤੇ ਜਿਹੜੇ ਬਾਕੀ ਸੀਗੇ ਉਹਨਾਂ ਹੱਥ ਬੰਨ੍ਹ ਕੇ ਬੇਨਤੀ ਕੀਤੀ ਜੀ ਅਸੀਂ ਗ੍ਰਸਤੀ ਸਿੱਖ ਹਾਂ, ਇੱਕਦਮ ਆਪਦਾ ਸਖਤ ਬਚਨ ਨਹੀਂ ਮੰਨ ਸਕਦੇ, ਸਹਿਜੇ ਸਹਿਜੇ ਆਪਦੇ ਮਨ ਨੂੰ ਸਮਝਾਵਾਂਗੇ, ਹੌਲੀ ਹੌਲੀ ਅੰਮ੍ਰਿਤ ਛਕ ਲਵਾਂਗੇ। ਉਹਨਾਂ ਦਾ ਨਾਂ ਸਹਿਜਧਾਰੀ ਪਿਆ। ਅਤੇ ਸਿਰ ਕੇਸ ਦਾੜੀਆਂ ਵਢਾ ਕੇ ਜੇ ਆਪਾਂ ਸਹਿਜਧਾਰੀ ਅਖਵਾਈਏ, ਇਹ ਕੋਈ ਸਿਆਣਪ ਵਾਲੀ ਬਾਤ ਨਹੀਂ। ਤੋ ਗੁਰਦੁਆਰੇ ਦੇ ਪ੍ਰਬੰਧ ਦੇ ਵਿੱਚ ਤਾਂ ਬਿਲਕੁਲ ਹੀ ਉਹ ਬੰਦਾ ਨਹੀਂ ਹੋਣਾ ਚਾਹੀਦਾ। SGPC ਦੀਆਂ ਚੋਣਾਂ ਵਿੱਚ ਵੀ ਕਈ ਰੌਲਾ ਪਾਉਂਦੇ ਨੇ ਵੀ ਸਾਨੂੰ ਵੋਟ ਪਾਉਣ ਦਾ ਅਧਿਕਾਰ ਹੋਵੇ, ਪਰ ਐਸਾ ਮੁਨਾਸਬ ਨਹੀਂ ਹੈ। ਗੁਰਦੁਆਰੇ ਦੇ ਪ੍ਰਬੰਧ ਦੇ ਵਿੱਚ ਸਾਬਤ ਸੂਰਤ ਸਿੰਘ ਹੋਣੇ ਚਾਹੀਦੇ ਨੇ। ਸੋ ਰਹੋ ਵਿਚਾਰ। ਇਉਂ ਭਾਈ ਦਾਨ ਸਿੰਘ ਜੀ ਨੂੰ ਗੁਰੂ ਸਾਹਿਬ ਨੇ ਜਦ ਨਰਕਾਂ ਦਾ ਨਜ਼ਾਰਾ ਦਿਖਾਇਆ, ਫਿਰ ਤੀਰ ਦੀ ਨੋਕ ਪਰੇ ਕੀਤੀ, ਘਗਿਆ ਕੇ ਚਰਨੀ ਪੈ ਗਿਆ। ਕਹਿੰਦਾ ਜੀ ਜੋ ਕੋ ਕਰਨ ਨੂੰ ਤਿਆਰ ਹਾਂ, ਪਰ ਜਿੱਥੇ ਹੁਣ ਲੈ ਕੇ ਗਏ ਸੀ ਉੱਥੇ ਨਾ ਪਹੁੰਚਾਇਓ। ਫਿਰ ਮਹਾਰਾਜ ਕਿਹਾ ਵੀ ਭਾਈ ਤੂੰ ਕੇਸ ਰੱਖ ਤੇ ਅੰਮ੍ਰਿਤ ਛਕ। ਅੰਮ੍ਰਿਤ ਛਕ ਕੇ ਭਾਈ ਦਾਨ ਸਿੰਘ ਬਣਿਆ। ਫਿਰ ਮਹਾਰਾਜ ਨੇ ਆਖਿਆ ਕਿ ਕਕਾਰਾਂ ਦੀ ਰਹਿਤ ਰੱਖਣੀ ਹੈ ਤੇ ਗੁਰੂ ਸਾਹਿਬ ਨੇ ਬ੍ਰਹਮ ਗਿਆਨ ਬਖਸ਼ ਦਿੱਤਾ। ਕਹਿਣ ਲੱਗਾ ਜੀ ਇੰਨਾ ਆਨੰਦ ਆਪ ਨੇ ਬਖਸ਼ ਦਿੱਤਾ ਤੇ ਫਿਰ ਵੀ ਰਹਿਤ ਦੀ ਲੋੜ ਹੈ। ਮਹਾਰਾਜ ਕਹਿੰਦੇ ਸਾਡੇ ਵੱਲ ਵੇਖ, ਅਸੀਂ ਇੰਨਾ ਵੱਡਾ ਕਰਾਮਾਤ ਦਾ ਖਜ਼ਾਨਾ ਜਰ ਕੇ ਬੈਠੇ ਹੋਏ ਹਾਂ। ਕਹੋ ਨਾਨਕ ਅਜਰਜਨ ਜਰਿਆ ਤਿਸ ਹੀ ਕੋ ਬਨਿਆਵਤ। ਤੁਸੀਂ ਬ੍ਰਹਮ ਗਿਆਨੀ ਹੋ, ਤੁਹਾਨੂੰ ਬ੍ਰਹਮ ਗਿਆਨ ਮੁਬਾਰਕ ਹੈ, ਪਰ ਅੰਮ੍ਰਿਤਧਾਰੀ ਤਾਂ ਹੋਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਨੂੰ ਤਾਂ ਵੱਡਾ ਕੋਈ ਬ੍ਰਹਮ ਗਿਆਨੀ ਦੁਨੀਆ 'ਚ ਹੋਇਆ ਨਹੀਂ, ਮੇਰੇ ਖਿਆਲ ਮੁਤਾਬਕ ਨਾ ਹੀ ਕੋਈ ਹੋ ਸਕਦਾ। ਜੇ ਕਲਗੀਧਰ ਖੁਦ ਆਪ ਅੰਮ੍ਰਿਤ ਪਾਨ ਕਰ ਰਹੇ ਨੇ ਤਾਂ ਫਿਰ ਸਾਨੂੰ ਸਾਰਿਆਂ ਨੂੰ ਇਹ ਸਿੱਖਿਆ ਹੈ ਕਿ ਮਹਾਰਾਜ ਦਾ ਅੰਮ੍ਰਿਤ ਛਕੀਏ, ਗੁਰੂ ਸਾਹਿਬ ਦਾ ਹੁਕਮ ਮੰਨੀਏ। ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੀ। ਬਾਈ ਆਰਡਰ ਗੁਰਾਂ ਨੇ ਹੁਕਮ ਕੀਤਾ ਹੈ, ਇਹ ਤੋਂ ਬਗੈਰ ਸਿੱਖ ਨਹੀਂ ਹੈ। ਸੋ ਸਿੱਖ ਸਖਾ ਬੰਧਵ ਹੈ ਭਾਈ, ਜੇ ਗੁਰ ਕੇ ਪਾਣੀ ਵਿੱਚ ਆਵੇ, ਆਪਣੇ ਪਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਇਉਂ ਭਾਈ ਦਾਨ ਸਿੰਘ ਦੇ ਅੰਮ੍ਰਿਤ ਛਕਣ ਕੇ ਰਹਿਤ ਮਰਿਆਦਾ 'ਚ ਪ੍ਰਪੱਕ ਹੋਣ ਤੋਂ ਹੀ ਖੁਸ਼ੀ ਹੋਈ। ਮਾਝੇ ਦੀ ਸਿੱਖੀ ਟੁੱਟੀ ਗੰਢਾਈ ਭਾਈ ਮਹਾਂ ਸਿੰਘ ਨੇ ਤੇ ਮਾਲਵੇ ਦੀ ਸਿੱਖੀ ਰੱਖੀ ਭਾਈ ਦਾਨ ਸਿੰਘ ਨੇ। ਬਾਕੀ ਬਰਾੜ ਜੱਟਾਂ ਨੇ ਤਨਖਾਹਾਂ ਮੰਗ ਲਈਆਂ, ਪਰ ਉਹਨੇ ਕਿਹਾ ਜੀ ਮੈਨੂੰ ਕੁਛ ਨਹੀਂ ਚਾਹੀਦਾ। ਫਿਰ ਵੀ ਗੁਰੂ ਸਾਹਿਬ ਨੇ ਸਿਰੋਂ ਪਾਓ ਸਤਿਕਾਰ ਦੇ ਕੇ ਵਾਪਸ ਮੋੜ ਦਿੱਤਾ। ਇਸੇ ਤਰ੍ਹਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਭਾਈ ਡੱਲੇ ਸਿੰਘ ਸਰਦਾਰ ਨੇ ਜਦ ਪੀੜ੍ਹੀ ਜੋਗੀ ਜਗ੍ਹਾ ਗੁਰੂ ਸਾਹਿਬ ਦੇ ਪਾਸੋਂ ਮੰਗੀ ਤਾਂ ਗੁਰੂ ਮਹਾਰਾਜ ਨੇ ਅੰਮ੍ਰਿਤ ਛਕਣ ਬਾਬਤ ਹੁਕਮ ਕੀਤਾ। 2-3 ਵਾਰੀ ਉਹਨੇ ਬਚਨ ਮੋੜਿਆ, ਆਖਰ ਜਦ ਪਰਿਵਾਰ ਸਮੇਤ ਅੰਮ੍ਰਿਤ ਪਾਨ ਕੀਤਾ, ਫਿਰ ਗੁਰੂ ਸਾਹਿਬ ਇੰਨੇ ਪ੍ਰਸੰਨ ਹੋਏ, ਆਖਿਆ ਵੀ ਸੱਚਖੰਡ ਦੀ ਸਭ ਜਗ੍ਹਾ ਤੁਹਾਡੇ ਵਾਸਤੇ ਆ। ਇਸ ਲਈ ਸਭ ਤੋਂ ਜ਼ਿਆਦਾ ਖੁਸ਼ੀ ਉਸ ਇਨਸਾਨ 'ਤੇ ਹੈ ਜਿਹੜਾ ਗੁਰੂ ਸਾਹਿਬ ਦਾ ਅੰਮ੍ਰਿਤ ਪਾਨ ਕਰਕੇ ਰਹਿਤ ਮਰਿਆਦਾ 'ਚ ਪ੍ਰਪੱਕ ਹੁੰਦਾ। ਗੁਰੂ ਸਾਹਿਬ ਦਾ ਹੁਕਮ ਹੈ, ਜੋ ਹਮਰੀ ਫੁਨ ਰਹਿਤ ਸੋ ਰੱਖੈ, ਗੁਰਬਾਣੀ ਰਸ ਨਿਤ ਉਠ ਚੱਕ, ਮੈਂ ਤਾਂ ਕੇ ਸਦ ਰਹੂੰ ਸਹਾਇਕ,
ਦੁਖ ਬਿਘਨ ਸਗਲੇ ਤਿਨ ਕਾਇਕ। ਜਿਹੜਾ ਅੰਮ੍ਰਿਤਧਾਰੀ ਸਿੰਘ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦਾ, ਬਾਣੀ ਦਾ ਰਸ ਚੱਕਦਾ, ਮੈਂ ਹਮੇਸ਼ਾ ਹੀ ਉਹਦੇ ਅੰਗ ਸੰਗ ਹੋ ਕੇ ਸਹਾਇਤਾ ਕਰਦਾ ਹਾਂ। ਜਿਹੜਾ ਪੰਜਾਂ ਪਿਆਰਿਆਂ ਦੀ ਸੇਵਾ 'ਚ ਲੱਗਦਾ, ਸਿੱਖ ਪੰਜਨ ਮੈਂ ਮੇਰੋ ਵਾਸਾ, ਕਲਗੀਧਰ ਦੀ ਇੰਨੀ ਖੁਸ਼ੀ ਪਾਉਂਦਾ ਕਿ ਗੁਰੂ ਸਾਹਿਬ ਉਦੋਂ ਪੰਜਾਂ ਪਿਆਰਿਆਂ ਦੇ ਸਰੀਰਾਂ 'ਚ ਪ੍ਰਵੇਸ਼ ਕਰਕੇ ਆਪ ਅੰਮ੍ਰਿਤ ਸੰਚਾਰ ਕਰਦੇ ਹਨ। ਇਹ ਕਿੱਡੀ ਵੱਡੀ ਵੇਖੋ ਗੁਰੂ ਸਾਹਿਬ ਦੀ ਖੁਸ਼ੀ, ਉੱਤਮ ਦਾਤ। ਇਉਂ ਮਹਾਰਾਜ ਫਰਮਾਉਂਦੇ ਨੇ, ਕਹਿ ਨਾਨਕ ਜਿਸਨੂੰ ਆਪ ਤੁਠਾ। ਸਤਿਗੁਰੂ ਅਮਰਦਾਸ ਸਾਹਿਬ ਫਰਮਾਉਂਦੇ, ਜਿਨ੍ਹਾਂ ਦੇ ਉੱਪਰ ਸਤਿਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਪ੍ਰਸੰਨ ਹੋਇਆ ਹੈ, ਜਿਨ੍ਹਾਂ ਦੇ ਕਲਗੀਧਰ ਮਹਾਰਾਜ ਪ੍ਰਸੰਨ ਹੋਏ ਹਨ। ਤਿਨ ਅੰਮ੍ਰਿਤ ਗੁਰ ਤੇ ਪਾਇਆ। ਤਿੰਨਾਂ ਨੇ ਗੁਰੂ ਸਾਹਿਬਾਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਹੈ। ਪ੍ਰਤੱਖ ਅੰਮ੍ਰਿਤ ਪਾਨ ਕਰਕੇ ਗੁਰੂ ਕੇ ਸਿੰਘ ਸਿੰਘਣੀਆਂ, ਸੁਪੁੱਤਰ ਸੁਪੁੱਤਰੀਆਂ ਬਣੇ ਨੇ, ਜਾਂ ਬਾਣੀ ਦਾ ਅੰਮ੍ਰਿਤ, ਨਾਮ ਅੰਮ੍ਰਿਤ ਪਾਨ ਕਰਕੇ ਬ੍ਰਹਮਾਨੰਦ ਪਾ ਕੇ ਬ੍ਰਹਮ ਗਿਆਨੀ ਬਣੇ ਹਨ। ਇਸ ਦੇ ਨਾਲ ਹੀ ਸਮਾਪਤੀ ਕਰਦੇ ਹਾਂ ਜੀ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਅੱਗੇ ਤੋਂ ਸਮਤ ਬਖਸ਼ਣੇ। ਲਾਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਸਤਿਗੁਰ ਤੋਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਬਰੀਆਂ ਸ਼ਬਦ ਗਾਉਣ, ਸ਼ਬਦੋ ਤਾਂ ਗਾਵੋ ਹਰੀ ਗੇਰਾ ਮਨ ਜਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੋ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਦਾ ਤੇਰਾ ਸਭ ਕਿਛ ਹੈ ਜਹ ਦੇ ਸੋ ਪਾਵੈ। ਸਦਾ ਸਿਵਤ ਸਲਾਹ ਤੇਰੀ, ਨਾਮ ਮਨ ਵਸਾਵੈ। ਨਾਮ ਜਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸੱਚਾ ਨਾਮ ਮੇਰਾ ਆਧਾਰੂ। ਸਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ। ਕਰ ਸਾਤ ਸੁਖ ਮਨ ਆਏ ਵਸਿਆ, ਜਨ ਇੱਛਾ ਸਭ 부ਝਾਈਆਂ। ਸਦਾ ਕੁਰਬਾਨ ਕੀਤਾ ਗੁਰੂ ਮੈਂ ਟੋਂਜਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਭ ਧਰੂ ਪਿਆਰੂ। ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਾਲਾ ਜਿਤ ਕਰ ਧਾਰੀਆ। ਪੰਜ ਦੋ ਤੁਧ ਵਸ ਗੀਤੇ, ਕਾਲ ਕੰਡ ਕੁਮਾਰਿਆ। ਤੁਰ ਕਰਮ ਪਾਇਆ, ਤੁਧ ਜਨ ਕਉ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਬਾਜੇ। ਅਨੰਦ ਸੁਨੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਰ ਬ੍ਰਹਮ ਪ੍ਰਭਾਇ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਦੇ ਪੁਨੀਤ ਕਹਤੇ, ਭਵੇ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਕੇ ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਬਾਣੀ, ਪਿਤਾ ਮਾਤਾ ਤਰਤ ਮਹਾਤ। ਦਿਵਸ ਰਾਤ ਦੁਇ ਦਾਈ, ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚਾ ਧਰਮ ਹਦੂਰਾ। ਕਰਮੀ
ਆਪੋ ਆਪਣੀ ਕੇ ਨੇੜਾ ਕੇ ਦੂਰਾ। ਜਿਨੀ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਾਲੇ ਕੀਤੇ ਛੁਟੀ ਨਾਲ। ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਇ ਨ ਜਾਣੈ। ਤੁਮਰਾ ਅੰਤ ਊਚੇ ਤੇ ਊਚਾ, ਸਗਲ ਸਮਗਰੀ ਤੁਮਰੈ ਸੂਤਰ ਧਾਰੀ। ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਤੁਧ ਆਗੈ ਅਰਦਾਸ ਹਮਾਰੀ। ਜੀਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆ।